ਵੈਲਕਮ ਟੂ ਦਾ ਸ਼ੋ। ਮੈਂ ਹਾਂ ਤੁਹਾਡਾ ਮੇਜ਼ਬਾਨ ਡਾਕਟਰ ਮਲਿਕ। ਇਸ ਸ਼ੋ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਹੈ ਅਕਾਲ ਚੈਨਲ ਤੇ ਹਰ ਸੈਟਰਡੇ ਦੀ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ। ਇਸ ਸ਼ੋ ਦੇ ਵਿੱਚ ਮੈਂ ਤੁਹਾਡੀ ਲਾਈਵ ਟੈਲੀਫੋਨ ਕਾਲ ਦੇ ਕੇ ਤੁਹਾਨੂੰ ਇਮੀਗ੍ਰੇਸ਼ਨ ਮੈਟਰਸ ਤੇ ਐਡਵਾਈਜ਼ ਕਰਾਂਗਾ। ਅਗਰ ਤੁਹਾਡਾ ਕੋਈ ਪ੍ਰੋਬਲਮ ਹੈ ਜਾਂ ਤੁਹਾਡਾ ਕੋਈ ਮਸਲਾ ਹੈ ਜਿਹੜਾ ਇਮੀਗ੍ਰੇਸ਼ਨ ਤੋਂ ਰਿਲੇਟਡ ਹੈ ਜਾਂ ਤੁਸੀਂ ਕਿਸੇ ਮਸਲੇ ਦਾ ਹੱਲ ਲੱਭ ਰਹੇ ਹੋ, ਤੁਸੀਂ ਇਸ ਸ਼ੋ ਦੇ ਵਿੱਚ ਫੋਨ ਕਰਕੇ ਸਾਨੂੰ ਲਾਈਵ ਐਡਵਾਈਜ਼ ਲੈ ਸਕਦੇ ਹੋ। ਟੈਲੀਫੋਨ ਨੰਬਰ ਜਿਹੜਾ ਤੁਹਾਡੀ ਸਕਰੀਨ ਤੇ ਤੁਹਾਨੂੰ ਨਜ਼ਰ ਆ ਰਿਹਾ ਹੈ, ਇਸ ਨੰਬਰ ਤੇ ਤੁਸੀਂ ਹੁਣ ਫੋਨ ਕਰ ਸਕਦੇ ਹੋ। ਜਦੋਂ ਤੁਹਾਡੀ ਕਾਲ ਮਿਲ ਜਾਏ ਪਲੀਜ਼ ਟੀਵੀ ਦੀ ਆਵਾਜ਼ ਥੋੜੀ ਜਿਹੀ ਕੱਟ ਕਰ ਦੇਣੀ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹ ਅਸੀਂ ਕਲੀਅਰਲੀ ਸੁਣ ਸਕੀਏ। ਦੂਸਰੀ ਗੱਲ ਕਿ ਜਦੋਂ ਤੁਹਾਡੀ ਕਾਲ ਮਿਲ ਜਾਏ ਤਾਂ ਗੱਲ ਤੁਸੀਂ ਬਸ ਸ਼ੁਰੂ ਕਰ ਦੇਣੀ ਹੈ, ਲੇਕਿਨ ਉਸ ਵਕਤ ਟੀਵੀ ਨਹੀਂ ਵੇਖਣਾ ਹੈ। ਅਗਰ ਟੀਵੀ ਵੇਖੋਗੇ ਤਾਂ ਤੁਸੀਂ ਟੀਵੀ ਤੇ ਆਪਣਾ ਜਵਾਬ ਨਹੀਂ ਸੁਣ ਪਾਓਗੇ, ਕਿਉਂਕਿ ਇੱਕ ਤਾਂ ਥੋੜਾ ਜਿਹਾ ਟਾਈਮ ਡਿਫਰੈਂਸ ਹੋਣਾ ਹੈ ਔਰ ਦੂਸਰੀ ਗੱਲ ਹੈ ਕਿ ਤੁਹਾਡੀ ਕੰਸਨਟ੍ਰੇਸ਼ਨ ਹੈ ਜਿਹੜੀ ਉਹ ਖਤਮ ਹੋ ਜਾਊਗੀ। ਇਸ ਵਜ੍ਹਾ ਦੇ ਨਾਲ ਜਦੋਂ ਤੁਹਾਡੀ ਕਾਲ ਮਿਲ ਜਾਏ ਟੀਵੀ ਦੀ ਆਵਾਜ਼ ਬਿਲਕੁਲ ਹੀ ਕੱਟ ਕਰ ਦੇਣੀ ਹੈ ਤੇ ਸਿਰਫ ਟੈਲੀਫੋਨ ਤੇ ਗੱਲ ਕਰਨੀ ਹੈ। ਜਿਹੜਾ ਤੇਰਾ ਮਸਲਾ ਹੈ ਜਿਸ ਮਸਲੇ ਦੇ ਵਿੱਚ ਤੁਸੀਂ ਐਡਵਾਈਸ ਲੈਣਾ ਚਾਹੁੰਦੇ ਹੋ ਉਹ ਤੁਸੀਂ ਪਹਿਲੇ ਤੋਂ ਸੋਚ ਰੱਖੇ ਕਰੋ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਕਿਉਂਕਿ ਇਸ ਪ੍ਰੋਗਰਾਮ ਵਿੱਚ ਸਾਡਾ ਕੋਈ ਇੱਕ ਅੱਧ ਸਵਾਲ ਹੀ ਜਵਾਬ ਦੇ ਸਕਾਂਗਾ, ਕਿਉਂਕਿ ਕਾਫੀ ਸਾਰੇ ਲੋਕ ਹੀ ਨੇ ਜਿਹੜੇ ਕਿ ਲਾਈਨਾਂ ਤੇ ਉੱਤੇ ਹੁੰਦੇ ਨੇ। ਇਸ ਵਜ੍ਹਾ ਦੇ ਨਾਲ ਅਗਰ ਤੁਹਾਨੂੰ ਕੋਈ ਮਸਲਾ ਇਮੀਗ੍ਰੇਸ਼ਨ ਦਾ ਜਿਹੜਾ ਕੋਈ ਕੇਸ ਹੈ ਤਾਂ ਜ਼ਿਆਦਾ ਬਿਹਤਰ ਹੈ ਕਿ ਹਮੇਸ਼ਾ ਕਿਸੇ ਚੰਗੇ ਕਾਬਲ ਵਕੀਲ ਦੇ ਕੋਲ ਚਲੇ ਜਾਓ, ਉਹਨੇ ਤੋਂ ਐਡਵਾਈਸ ਲੈ ਲਿਆ ਕਰੋ ਆਪਣਾ ਪੂਰੀ ਗੱਲ ਦੱਸ ਕੇ। ਵੇਖਦੇ ਹਾਂ ਅੱਜ ਦੇ ਕਾਫੀ ਸਾਰੇ ਕਾਲਰ ਲਾਈਨ ਤੇ ਉੱਤੇ ਨੇ। ਵੇਖਦੇ ਹਾਂ ਅੱਜ ਦੇ ਪਹਿਲੇ ਕਾਲਰ ਕੌਣ ਨੇ। ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ ਜੀ ਤੁਸੀਂ ਗੱਲ ਕਰੋ ਜੀ। ਹੈਲੋ ਮਲਕ ਸਾਹਿਬ ਜੀ। ਹਾਂਜੀ ਮੈਨੂੰ ਮਲਕ ਸਾਹਿਬ 6 ਸਾਲ ਹੋ ਗਏ ਆਏ ਨੂੰ। ਜਿੱਦਾਂ ਮੇਰਾ ਕੋਈ ਕੇਸ ਲੱਗ ਸਕਦਾ, ਮੈਂ ਰਜਿਸਟਰੀ ਵੀ ਜਿੱਦਾਂ ਆਇਆ ਸੀਗਾ। ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਹਾਂ ਅਗਰ ਤੁਹਾਨੂੰ 6 ਸਾਲ ਇੱਥੇ ਹੋ ਗਏ ਤਾਂ ਤੁਸੀਂ ਅਗਰ ਚਾਹੋ ਤਾਂ ਤੁਸੀਂ ਹਿਊਮਨ ਰਾਈਟਸ ਦੇ ਵਿੱਚ ਆਪਣਾ ਕੇਸ ਲਾ ਸਕਦੇ ਹੋ, ਉਸ ਵਿੱਚ ਤੁਹਾਡਾ ਕੇਸ ਲੱਗ ਸਕਦਾ ਹੈ। ਤੁਹਾਡੀ ਗੱਲ ਦਾ ਸ਼ੁਕਰੀਆ। ਵਧਦੇ ਹਾਂ ਨੈਕਸਟ ਕਾਲਰ ਵੱਲ। ਜੀ ਹੈਲੋ ਜੀ। ਮਲਿਕ ਸਾਹਿਬ ਮੇਰਾ ਛੋਟਾ ਜਿਹਾ ਸਵਾਲ ਹੈ ਜੀ। ਜੀ ਮੈਂ ਬੱਚੇ ਦੇ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕੀਤਾ ਸੀ। ਬੱਚਾ ਮੇਰੇ ਇੱਥੇ ਪੈਦਾ 10 ਸਾਲ ਦਾ ਹੋ ਗਿਆ ਸੀ। ਠੀਕ ਹੈ। ਤੇ 3 ਸਾਲ ਹੋ ਗਏ, ਸੌਰੀ 3 ਮਹੀਨੇ ਹੋ ਗਏ ਨੇ, ਕੋਈ ਜਵਾਬ ਨਹੀਂ। ਤੁਸੀਂ ਦੱਸ ਸਕਦੇ ਹੋ ਕਿੰਨਾ ਟਾਈਮ ਲੱਗੇਗਾ? ਉਹਨੇ ਫੀ ਤੁਹਾਡੀ ਕੱਟ ਲਿੱਤੀ ਹੈ ਕਿ ਨਹੀਂ? ਹਾਂਜੀ ਉਹਨੇ ਫੀ ਲੈ ਲਿੱਤੀ ਹੈ? ਫੀ ਹਾਂਜੀ ਲੈ ਲਿਆ ਜੀ। ਠੀਕ ਹੈ ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਇਸ ਦੇ ਵਿੱਚ ਜ਼ਿਆਦਾ ਦੇਰ ਨਹੀਂ ਲੱਗਣੀ ਚਾਹੀਦੀ। ਆਮ ਤੌਰ ਪਰ ਉੱਥੇ 4 ਤੋਂ ਲੈ ਕੇ 6 ਮਹੀਨੇ ਦਾ ਕਿਊ ਹੈ। ਅਗਰ 3 ਮਹੀਨੇ ਆਲਰੇਡੀ ਹੋ ਚੁੱਕੇ ਨੇ, ਇਸ ਦਾ ਮਤਲਬ ਹੋਰ ਮਹੀਨੇ 1.5 ਮਹੀਨੇ ਤੁਹਾਡੇ ਬੱਚੇ ਦੀ ਨੈਸ਼ਨਲਿਟੀ ਹੋ ਜਾਏਗੀ। ਇਹ ਗਰੰਟੀ ਹੈ ਕਿ ਨੈਸ਼ਨਲਿਟੀ ਹੋ ਜਾਏਗੀ, ਕਿਉਂਕਿ ਇੱਕ ਕਾਨੂੰਨ ਇਸ ਮੁਲਕ ਦਾ ਹੈ ਕਿ ਅਗਰ ਕੋਈ ਬੱਚਾ ਯੂਕੇ ਦੇ ਪੈਦਾ ਹੋ ਕੇ 10 ਸਾਲ ਪੂਰੇ ਕਰ ਲੈ, 10 ਸਾਲ ਪੂਰੇ ਕਰ ਜਦੋਂ ਹੋ ਜਾਣ, ਉਹ ਬ੍ਰਿਟਿਸ਼ ਨੈਸ਼ਨਲਿਟੀ ਦੇ ਵਾਸਤੇ ਡਾਇਰੈਕਟ ਐਪਲੀਕੇਸ਼ਨ ਪਾ ਸਕਦਾ ਹੈ। ਤੁਸੀਂ ਵੇਟ ਕਰੋ 4-5 ਵੀਕ ਵਿੱਚ ਤੁਹਾਡੀ ਬੱਚੇ ਦੀ ਜਿਹੜੀ ਨੈਸ਼ਨਲਿਟੀ ਆ ਜਾਊਗੀ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ कालर वाल। जी वालेकुम सलाम। मलिक साहब, मैंने आपका आज के अखबार में कॉलम पढ़ा था कि आपने लिखा था कि आप ये होम ऑफिस वाले उनको छापा मार रहे हैं उन वकीलों के दफ्तरों में जो कि सपोर्ट कर रहे हैं उन ह्यूमन राइट्स वाले केसेस को, कि जो एडवाइस करते हैं कि नहीं आप ह्यूमन राइट्स में चले जाएं, जुडिशियल रिव्यू में चले जाएं। तो मेरा आपसे ये सवाल है कि जो जिनके ऑलरेडी केस गए हुए हैं 7-7 ईयर्स की केस पे, उन पे तो कोई प्रॉब्लम तो नहीं होगी इस सिलसिले में जो ये हरकतें कर रहे हैं अभी वकीलों के साथ भी, कि उनको प्रेशराइज कर रहे हैं कि अपील जब राइट दिया होगा अपने मुल्क में जाने का तो अपने मुल्क में जाएं, तो यहाँ से ये केस क्यों कर देते हैं? जी आपके कॉल का शुक्रिया। इस सिलसिले में असल में ये बहुत बड़ा सीरियस मसला हो गया। अब हमारी कम्युनिटी को इस सिलसिले में उठना पड़ेगा और आवाज उठानी पड़ेगी। जो इमिग्रेंट से मुराद सिर्फ वो लोग नहीं है जो यहाँ पे सेटल हो चुके हैं, बल्कि इमिग्रेंट्स वो भी हैं जो मेरी तरह के हैं, जो बाहर से आए ब्रिटिश नेशनल है यहाँ पे, जिनकी अपने मुल्क में प्रॉपर्टी है, जिनके अपने मुल्क में रिश्तेदार हैं, जिनके माँ बाप अपने मुल्क में, इन सबको इमिग्रेंट्स ही माना जाता है। या जो आदमी यहाँ पे बिजनेस कर रहा है ब्रिटिश नेशनल है, इन सबको अब मिलकर उठना पड़ेगा, चूंकि ये मसला अब समझें कि वो आप समझें कि मसला इतना बढ़ गया है कि इस पर अब कंट्रोल नहीं हो सकता। तो एमपी द्वारा हमारी कोई बात नहीं कर रहे हैं। अब वो यही कह रहे हैं कि जैसे एक आदमी को जैसे 7 साल की बेस पे एक बच्चे के साथ पेरेंट्स ने अप्लाई किया, अब अगर उसकी एप्लीकेशन होम ऑफिस वाले रिफ्यूज कर देते हैं तो कानूनन रूल ये कहता है कि उसको अगर बच्चे को यूके में 3 साल से ज्यादा हो गए इसको अपील का राइट मिलना चाहिए। अब होम ऑफिस वाले ये करते हैं कि जी उसको अपील का राइट दे देते हैं 7 साल पूरे होने पर भी, तो उसको कहते हैं कि जी आप जाएं और अपने कंट्री में जाकर अपील करें। तो अब वकला को होम ऑफिस वाले तो कुछ नहीं कर सकते थे, उन्होंने जो वकला की एक बॉडी है उसको कहा जी आप वकला को ये कहें और उनको थोड़ा सा समझे तंग करें कि वो ऐसे लोगों को जो कि बच्चे की बेस पे भी अगर 7 साल किसी को पूरे हो गए उसकी एप्लीकेशन रिफ्यूज होकर आउट कंट्री अपील दे, उसको बजाय कोर्ट में लेने के वो उसको एडवाइस करें कि अपनी कंट्री में चले जाएं। ये सिर्फ थोड़ी सी हरासमेंट है। बहरहाल वकील तो इससे डरने वाले नहीं है, तो बहरहाल इसको वो जो वकला है वो तो फाइट करेंगे, लेकिन हमारी कम्युनिटी को सिलसिले में उठना पड़ेगा। कॉल का शुक्रिया। बढ़ते हैं नेक्स्ट कॉलर वाल। जी
ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਮੇਰਾ ਕੇਸ ਤੁਹਾਡੇ ਕੋਲ ਹੀ ਆਉਂਦਾ ਜੀ, ਤੇ ਮੈਂ ਬੁਲਹੈਂਪਟਨ ਤੋਂ ਬੋਲਦਾ। ਮੈਨੂੰ ਨਾ ਮੈਂ ਰਿਪੋਰਟਿੰਗ ਤੇ ਗਿਆ ਸੀ 2 ਵੀਕਾਂ ਪਹਿਲਾਂ, ਠੀਕ ਹੈ, ਤੇ ਉਹਨੇ ਉੱਥੇ ਮੈਨੂੰ ਡਿਟੇਨ ਕਰ ਲਿਆ ਹਨਾ, ਠੀਕ ਹੈ, ਤੇ ਫਿਰ 2-3 ਦਿਨਾਂ ਬਾਅਦ ਛੱਡ ਦਿੱਤਾ ਕਰਕੇ ਫੈਮਿਲੀ ਕੇਸ ਆ ਮੇਰਾ ਸਾਰਾ, ਠੀਕ ਹੈ, ਤੇ ਪਰ ਫਿਰ ਜਦੋਂ ਮੈਂ ਉਹਨੇ ਫੇਰ ਰਿਪੋਰਟਿੰਗ ਤੇ ਗਿਆ ਵੀ 2 ਦਿਨ ਬਾਅਦ ਜਾਈ, ਜਦੋਂ ਮੈਂ ਗਿਆ ਉੱਥੇ ਉਹਨੇ ਮੈਨੂੰ ਕਹਿੰਦੇ ਵੀ ਮੈਂ ਪਹਿਲਾਂ ਮੰਥਲੀ ਜਾਂਦਾ ਸੀਗਾ ਹਨਾ, ਠੀਕ ਹੈ, ਤੇ ਉਹ ਕਹਿੰਦੇ ਵੀ ਤੂੰ ਜਿੱਦਾਂ ਮੰਥਲੀ ਆ ਜਾਈਂ ਦੁਬਾਰਾ, ਠੀਕ ਹੈ, ਪਰ ਹੁਣ ਉਹਨਾਂ ਦਾ ਲੈਟਰ ਆਇਆ ਵੀ ਤੁਸੀਂ ਐਵਰੀ 2 ਵੀਕ ਆਉਣਾ ਆ। ਠੀਕ ਹੈ, ਤੇ ਇੱਕ ਅੱਜ ਲੈਟਰ ਉਹਨਾਂ ਦਾ ਆਇਆ, ਉੱਥੇ ਵੀ ਹੋਮ ਆਫਿਸ ਵਾਲੇ ਤੇ ਤੁਹਾਡੇ ਸੋਸ਼ਲ ਸਰਵਿਸਿਜ਼ ਦੇ ਨਾਲ ਕੰਟੈਕਟ ਕਰਦੇ ਆ, ਹੋਰ ਤੁਹਾਡੇ ਸਰਕਮਸਟੈਂਸ ਦੇ, ਤੇ ਉਹ ਮੈਂ ਪੁੱਛਣਾ ਸੀਗਾ ਵੀ ਇਹ ਚੀਜ਼ ਦਾ ਕੋਈ ਸਾਡੇ ਤੇ ਉਹਦਾ ਇਫੈਕਟ ਪਊਗਾ ਸੋਸ਼ਲ ਸਰਵਿਸ ਦਾ, ਜਿੱਦਾਂ ਜਿਹੜਾ ਨਿਆਣੇ ਸਕੂਲ ਜਾਂਦੇ ਆ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਅਗਰ ਉਹਨੇ ਤੁਹਾਨੂੰ ਸਾਈਨ ਤੇ ਬੁਲਾਇਆ ਤੁਸੀਂ ਸਾਈਨ ਤੇ ਜਾਓ। ਇਹ ਸਿਰਫ ਹੋਮ ਆਫਿਸ ਦੇ ਟੈਕਟਿਕਸ ਨੇ ਕਿ ਤੁਹਾਨੂੰ ਪਰੇਸ਼ਾਨ ਕਰਦੇ ਨੇ, ਕਿਉਂਕਿ ਤੁਸੀਂ ਸ਼ਾਇਦ ਸੁਣਿਆ ਹੋਣਾ ਕਿ ਪਿਛਲੇ ਸਾਲ ਜਿਹੜਾ ਪ੍ਰਾਈਮ ਮਿਨਿਸਟਰ ਦੀ ਤਕਰੀਰ ਸੀ, ਉਹਨੇ ਆਪਣੀ ਤਕਰੀਰ ਵਿੱਚ ਕਿਹਾ ਸੀ ਕਿ ਇੱਥੇ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਨੂੰ ਉਹਨਾਂ ਨੂੰ ਇਤਨਾ ਤੰਗ ਕਰਾਂਗੇ, ਉਹ ਬਾਹਰੀ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਇਸ ਕੰਟਰੀ ਦੇ ਵਿੱਚ ਨਹੀਂ ਆਣਾ, ਤੇ ਇਹ ਉਹਨੇ ਉਹ ਜਿਹੜੀ ਪਾਲਿਸੀ ਉਸ ਤੇ ਫਾਲੋ ਕਰ ਰਹੇ ਨੇ। ਤੁਸੀਂ ਸਾਈਨ ਤੇ ਕਰਨੇ ਜਾਓ, ਸਾਈਨ ਤੁਸੀਂ ਨਾ ਛੋੜੋ। ਸੋਸ਼ਲ ਸਰਵਿਸ ਅਗਰ ਇਨਵੋਲਵ ਨੇ ਤੇ ਚੰਗੀ ਗੱਲ ਹੈ। ਸੋਸ਼ਲ ਸਰਵਿਸਿਜ਼ ਡਿਪਾਰਟਮੈਂਟ ਹੈ ਜਿਹੜਾ ਉਹ ਲੋਕਾਂ ਦੀ ਸਰਵਿਸਿਜ਼ ਵਾਸਤੇ ਬਣਾਇਆ ਗਿਆ ਕਿ ਤੁਹਾਡੀ ਹੈਲਪ ਵਾਸਤੇ ਬਣਾਇਆ ਗਿਆ, ਉਹ ਅਗਰ ਤੁਹਾਡੇ ਨੂੰ ਹੈਲਪ ਕਰਦੇ ਨੇ ਉਸ ਵਿੱਚ ਕੋਈ ਫਰਕ ਨਹੀਂ ਹੈ। ਤੁਹਾਡੀ ਗੱਲ ਦਾ ਸ਼ੁਕਰੀਆ। ਵਧੀਆ, ਨੈਕਸਟ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ ਜੀ, ਮੈਂ ਪੁੱਛਣਾ ਸੀਗਾ ਤੁਹਾਨੂੰ, ਜਿਹੜਾ ਸੀਗਾ ਮੇਰਾ, ਮੈਂ ਇੱਥੇ ਵਿਆਹ ਕਰਕੇ ਆਇਆ ਸੀਗਾ, ਠੀਕ ਹੈ, ਤੇ ਮੇਰਾ 2012 ਦੇ ਵਿੱਚ ਰਜਿਸਟਰ ਕੀਤਾ ਸੀ ਮੈਂ। ਅੱਛਾ। ਤੇ ਮੁੜ ਕੇ ਮੈਂ 14 ਸਤੰਬਰ ਨੂੰ ਮੁੜ ਕੇ ਮੈਂ ਇੰਡੀਆ ਚਲ ਗਿਆ ਸੀ, ਉੱਥੋਂ ਰਿਫਿਊਜ਼ ਕਰਤਾ ਸੀ ਮੈਨੂੰ ਉਹਨਾਂ ਨੇ, ਠੀਕ ਹੈ, ਤੇ ਮੁੜ ਕੇ 2014 ਚ ਆਇਆ ਸੀ ਮੈਂ ਮੁੜ ਕੇ ਫਿਰ ਇੱਥੇ, ਠੀਕ ਹੈ, ਤੇ ਮੈਨੂੰ ਹੁਣ 33 ਮਹੀਨਿਆਂ ਦਾ ਵੀਜ਼ਾ ਦਿੱਤਾ ਸੀਗਾ, ਠੀਕ ਹੈ। ਤੇ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸ ਸਕਦੇ ਕਿ ਹੁਣ ਤੁਸੀਂ ਅਪੀਲ ਵੀ ਨਹੀਂ ਕੀਤੀ ਸੀ? ਇੱਕ ਸੈਕਿੰਡ ਦੱਸੋ, ਤੁਸੀਂ ਅਪੀਲ ਵੀ ਨਹੀਂ ਕੀਤੀ ਸੀ? ਅਪੀਲ ਦਾ ਤੁਹਾਡੇ ਹੱਕ 'ਚ ਫੈਸਲਾ ਹੋਇਆ ਸੀ? ਅਪੀਲ ਕੀਤੀ ਸੀਗੀ ਜਾਂ ਇੱਥੇ ਕੀਤੀ ਸੀਗੀ? ਤੇ ਤੁਸੀਂ ਫਿਰ ਅਪੀਲ ਨਾਲ ਤੁਹਾਡੇ ਹੱਕ 'ਚ ਫੈਸਲਾ ਹੋਇਆ, ਫਿਰ ਤੁਸੀਂ ਯੂਕੇ ਦੇ 'ਚ ਆਏ ਹੋ? ਹਾਂਜੀ ਹਾਂਜੀ, ਠੀਕ ਹੈ। ਜਿਹੜੀ ਪਹਿਲੀ ਐਪਲੀਕੇਸ਼ਨ ਸੀ ਇੰਡੀਆ ਤੋਂ ਕੀਤੀ ਸੀ, ਉਹ ਕਦੋਂ ਕੀਤੀ ਸੀ, ਕਿਹੜੀ ਤਾਰੀਖ ਨੂੰ ਕੀਤੀ ਸੀ? ਇੰਡੀਆ ਤੋਂ ਨਹੀਂ, ਇੱਥੋਂ ਮੇਰੀ ਵਾਈਫ ਨੇ ਕੀਤੀ ਸੀ। ਨਹੀਂ, ਇੱਥੋਂ ਨਹੀਂ ਕਰ ਸਕਦੇ ਤੁਸੀਂ। ਇੰਡੀਆ ਤੋਂ ਪੈਸੇ ਭਰ ਕੇ ਐਪਲੀਕੇਸ਼ਨ ਕੀਤੀ ਹੈ ਸੀ ਵੀਜ਼ੇ ਦੇ ਵਾਸਤੇ, ਉਹ ਕਿਹੜੀ ਡੇਟ ਨੂੰ ਕੀਤੀ ਸੀ? ਚਲੋ ਰਹਿੰਦੇ ਹੋ, ਫਿਰ ਬਾਅਦ ਵਿੱਚ ਵੇਖ ਲੈਣਾ। ਅਗਰ ਤਾਂ ਤੁਹਾਡੀ ਐਪਲੀਕੇਸ਼ਨ ਵੀਜ਼ੇ ਦੇ ਵਾਸਤੇ ਬ੍ਰਿਟਿਸ਼ ਐਮਬੈਸੀ ਦੇ ਵਿੱਚ ਇੰਡੀਆ ਜਮ੍ਹਾਂ ਹੋਈ ਸੀ 9 ਜੁਲਾਈ 2012 ਤੋਂ ਪਹਿਲੇ, ਫਿਰ ਇਸ ਦਾ ਮਤਲਬ ਹੈ ਕਿ ਜਦੋਂ ਤੁਸੀਂ ਯੂਕੇ ਦੇ ਵਿੱਚ 2 ਸਾਲ ਪੂਰੇ ਕਰ ਲਿਓ, ਤੁਸੀਂ ਪੱਕੇ ਸਟੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ। ਅਗਰ ਤੁਹਾਡੀ ਐਪਲੀਕੇਸ਼ਨ 9 ਜੁਲਾਈ 2012 ਤੋਂ ਬਾਅਦ ਸਬਮਿਟ ਹੋਈ ਸੀ, ਫਿਰ ਤੁਹਾਨੂੰ ਯੂਕੇ ਦੇ ਵਿੱਚ 5 ਸਾਲ ਪੂਰੇ ਕਰਨੇ ਪੈਣਗੇ। ਤੁਹਾਡੀ ਕਾਲ ਦਾ ਸ਼ੁਕਰੀਆ। ਵਧੀਆ, नेक्स्ट कॉलर वाल जी। अस्सलाम वालेकुम सर। जी वालेकुम सलाम। मलिक साहब, मैंने ना बच्चों को अप्लाई किया था 7 ईयर की बिहाफ पर, तो उन्होंने ना मेरे ना 3 बच्चे तो वाइफ का किया था, तो उन्होंने मेरे 2 बच्चों के ना बायोमेट्रिक को भेजे, तो वाइफ और मेरी बेटी का नहीं भेजा। तो बच्चों को बायोमेट्रिक के ऊपर लिखा था कि आईडी के लिए ना वालदा मदर है, तो मेरी वाइफ के पास अभी कोई आइडेंटिफिकेशन नहीं है। तो हमने ना वापस उनको ईमेल भी कर दी है, तो सर वो दोबारा कब तक, कितनी देर तक जवाब दे देंगे? और दूसरा ये पूछना सर, अभी 7 ईयर का आपको तो आज का कॉलम पड़ा, तो पूरा दिन ही नींद नहीं आ रही, इतना आवाजारी गुजरी है सर, कुछ ना पूछे। और दूसरा ये 7 ईयर पर अभी लोगों को पॉजिटिव क्वेश्चन आंसर दे रहे हैं कि नहीं सर? प्लीज कैसे ये बता दें। बड़े अपसेट हुए सर, आपका जो कॉलम पड़ा सर। जी आपकी कॉल का शुक्रिया। पहली बात ये है कि जहां तक 7 साल के बच्चों का ताल्लुक है, इस सिलसिले में हाई कोर्ट का भी एक फैसला आ गया। उससे पहले हम सुप्रीम कोर्ट से भी 2012 में विन कर चुके हैं केस। 2000 अभी इस ईयर साल में भी फ्यू वीक्स पहले डिसीजन आया कि जो 7 साल के साथ बच्चे को साथ पूरी करें, 7 साल उनको पेरेंट्स को बच्चों को स्टे मिल जाना चाहिए। आपको भी स्टे मिल जाना चाहिए था, अगर आपने मिल जाना चाहिए। अगर आपके बायोमेट्रिक्स नहीं हुए, आपने ईमेल किया, वेट करें, कुछ ही दिनों में आपको उन्होंने बायोमेट्रिक्स भेज जाना चाहिए। दूसरी बात यह कि इस सिलसिले में हमने पहले से ही एक प्रोजेक्ट शुरू कर रखा था कि जो इमिग्रेंट्स को प्रॉब्लम है, इमिग्रेंट्स यहाँ 2 तरह के, एक वो जो सेटल्ड हो रहे हैं और जो सेटल्ड हो चुके
ہیں. اب جو حکومت نے جو چینجز کی ہیں گورنمنٹ نے پچھلے 6 سال میں, اس میں دونوں متاثر ہوئے ہیں, وہ امیگرانٹ جو سیٹل ہو چکے ہیں اور امیگرانٹ جو سیٹل ہو رہے ہیں. اب پچھلے 6 سال میں 45,000 سے زیادہ انہوں نے امیگریشن رول میں چینجز کیے ہیں, جس کے اثر تو برے پڑے ہوئے ہیں. اس سلسلے میں ہم نے ایک پروجیکٹ پہ میں نے کام شروع کیا تھا. اب 2 ویک میں ہم اس کا اناؤنسمنٹ کر دیں گے کہ وہ کیا پروجیکٹ ہے. تو مجھے لگتا ہے جو ہی پروجیکٹ ہمارا شروع ہو جائے گا, اگر آپ لوگوں کی سپورٹ ہوئی تو یہ ساری چیزیں حل ہو جائیں گی. کال کا شکریہ. ودیا نیکسٹ کالر وال. جی ہلو جی السلام علیکم. جی وعلیکم السلام. سر جی میں 2 سوال چھوٹے چھوٹے پوچھ رہے ہیں. جی میرا بچہ نا پیدا ہوا اس کنٹری میں 7 سال کی پالیسی میں میں اپلیکیشن دیتی 2015 میں. ٹھیک ہے. وہ سر جی 2015 میں دیتی تو جو 2015 جنوری دیتی وہ فوری ریفیوز ہو گئی. اس کے بعد اپیل کا رائٹ نہیں ملیا. ٹھیک. وہ ساڈا گھر وکیل ہے تو اس نے کچھ سمجھ نہیں آئی, انہیں ایک فریش کلیم کرتا. وہ فریش کلیم سر جی پورا 1 سال 1.25 سال ہو گیا چلتا. وہ ہوم آفس نے کوئی جواب نہیں دیتا اس کا. ٹھیک جی کیا حل ہوئے گا؟ جی تاری گل کا شکریہ. اصل غلطی یہ ہوگی تارے وکیل کو شاید وہ ہائی کورٹ دے کیس نہیں لینا ہے. بہتر ایسی کہ جدو تہاڈا کیس نہ ہو گیا 7 سال پورے ہو چکے سن قانون تانوں تے سٹے مل جانا چاہیے سا. اگر نہیں سا ملیا تو تسیں 90 دن نے اندر اندر اس کو ہائی کورٹ دے وچ چیلنج کرنا سا. او تسی ہائی کورٹ دے وچ چیلنج نہیں کیتا تو تسی جڑا اپنا رائٹ ہے وہ تسی تہاڈا ختم ہو گیا. ہن چونکہ 3 مہینے تو زیادہ ہو گئے تو اس کی تسی ہائی کورٹ وچ نہیں لے جا سکتے ہو. تو اگر نوی اپلیکیشن کرو گے تو ہوم آفس والے نے ایک اور لوٹ مار مچائی ہے. پچھلے ویک نے کالم وچ میں لکھیا سی کہ اگر تسی اگر ایک آدمی نہیں ہو 1350 پاؤنڈ 1300 تو 11 پاؤنڈ ایک آدمی نہیں فی ہوئے گی اگر نیو اپلیکیشن کرو. تو زیادہ بہتر ہے کسی وکیل نال مشورہ کرو. تو بہتر یہ لگ رہا ہے کہ تسی نیو اپلیکیشن دے دیو. کال کا شکریہ. ودیا نیکسٹ کالر وال. جی ہیلو ملک صاحب. جی جو اسٹوڈنٹ ویزے پہ جو ٹوئک کا لگا تھا جو کلیئر ہوا تھا اس کے لیے کوئی اپڈیٹ دے سکتے ہیں؟ ابھی کوئی بنا کہ نہیں بنا؟ جی آپ کی کال کا شکریہ. وہ بھی ایک بڑا مسئلہ بن چکا ہے. اصل میں ہوا یہ تھا کہ کورٹ نے تو فیصلہ دے دیا تھا, ایک جج نے فیصلہ دے دیا تھا کہ یہ جو ہے جو فیصلہ جو ٹوئک کے بارے میں گورنمنٹ نے 48,000 لوگوں کے فیصلے کیے تھے, غلط فیصلے کیے تھے. اب یہ ہوا کہ گورنمنٹ نے اس کے فوراً بعد انکوائری کھول گئی. آپ نے دیکھا ہوگا فیصلے کے اوپر کیت واز بھی گئے ہوئے تھے, تو وہ میری فیس بک کے اوپر بھی کیت واز نے کیا کومنٹس کیے تھے. انہوں نے تو ٹریسا مے جو ہماری اس وقت ہوم سیکرٹری ہے اس کی تو انہوں نے وہ انکوائری کھول دی تھی. اس کے بعد پھر انہوں نے کوشش پوری گورنمنٹ نے کی کہ وہ فیصلہ پبلش نہ ہو. اگر کہ کسی کتاب میں آ جاتا ہے یا پبلش ہو جاتا ہے تو اس کا مطلب ہے کہ سب لوگ اس کو استعمال کر سکیں گے. اس پہ پھر کچھ کافی ساری ایک سمجھے بحث چلی ہے. تو آپ ذرا انٹرنیٹ کے اوپر یہ ساری چیزیں پڑھیں. لیکن ڈیفینیٹلی وہ جو 48,000 اسٹوڈنٹس کے کیسز ہوم آفس نے ناجائز طور پر ریفیوز کیے تھے, اس کا ڈیفینیٹلی ان کو فائدہ پہنچے گا یہ جو کورٹ کا ڈیسیژن ہے. کال کا شکریہ. ودیا نیکسٹ کالر وال. جی ہلو السلام علیکم. جی وعلیکم السلام. ملک صاحب مجھے اپنی ایک فیملی کے بارے میں پتہ کرنا ہے. وہ 12 سال سے یہاں پر ہیں اور کافی ریفیوزل کے بعد انہوں نے لاسٹ ایئر اسائلم کر لیا ہے. تو وہ اسائلم سیکر ہیں. تو اب اس کا ایک بچہ جو برٹش نیشنل ہو گیا, رجسٹر کرا لیا انہوں نے, تو کیا وہ اس کا ٹیکس کریڈٹ وغیرہ لے سکتے ہیں؟ جی آپ کی کال کا شکریہ. اصل میں اس میں ایک ٹیکنیکل پرابلم ہے. وہ یہ ہے کہ بچے کا بینیفٹ تو لے سکتے ہیں لیکن کون لے گا؟ اگر تو وہ فادر اس کا لے گا یا مدر لے گی تو اس پہ وہ شاید کہیں گے کہ چونکہ ان کے پاس لیو ٹو ریمین نہیں ہے لہذا شاید ان کو نہ دیں. لیکن بچے کا جو بینیفٹ ہے چائلڈ بینیفٹس وہ انٹائٹل ہے بینیفٹس لینے کے لیے. اس کا بچے کا اکاؤنٹ کھول کر تو اس میں آپ اپلائی کر سکتے ہیں کہ بچے کے اکاؤنٹ میں ڈائریکٹ پے کیا جائے, تو وہ شاید پاسبل ہو. لیکن چونکہ ان کا بچہ برٹش نیشنل ہو گیا تو اس بیس پہ اپلیکیشن کریں تو چانسز ہیں کہ ان کو یہاں پہ رہنے کی پرمیشن مل جائے گی. کال کا شکریہ. ودیا نیکسٹ کالر وال. جی ہیلو ہاں جی ست شری اکال. جی ست شری اکال. ہاں جی میں تمہیں پوچھنا چاہتی سی کہ میں اتنے میرج کر کے آئی سی. ٹھیک ہے. ہاں جی میں 2014 میں آئی سی. میں جب انڈیا گئی تھی 2012 میں پہلے میں رجسٹر کر کے گئی سی. ٹھیک ہے. اس کے بعد انڈیا جا کے اپلائی کیا تو انہوں نے مجھے ریفیوز کر دیتا. ٹھیک ہے. اس کے بعد 2014 میں مینوں اپریل میں مینوں ویزا ملیا سا. اپیل دے جا کے یا کس طرح؟ اپیل دے جا کے. اچھا انڈیا تو تسیں کیڑی تاریخ نو اپلیکیشن پائی سی؟ انڈیا نو نہیں, اتوں میرے ہسبینڈ نے اپلائی کیتا سا. میرے مائنڈ چ نہیں ہونے مے بی انہوں نے مجھے جنوری میں ریفیوز کیتا سا. جنوری کہڑے سن 2013 میں. جی تاری کال کا شکریہ. نہیں تارے کول ڈیٹ نہیں ہے. تسی یہ گل یاد رکھ رہو کہ اگر تاری جڑی اپلیکیشن اتنے جمع کرائی سی او 9 جولائی 2012 تو پہلے جمع کرائی سی, پھر جدوں تسی یو کے آ گئے ہو اس نے 2 سال بعد تسی پرماننٹ سٹے واسطے اپلیکیشن پا سکتے ہو. میرا ویزا ملیا سا. جی تسی اپلیکیشن کدوں پائی سی؟
ਐਪਲੀਕੇਸ਼ਨ ਫਰਵਰੀ ਵਿੱਚ ਪਾਈ ਆ। ਕਿਹੜੇ ਸਾਲ ਵਿੱਚ? ਜਿੱਦਾਂ ਕਿ ਫਾਰਮ ਜਮਾ ਜਿਹੜੇ ਕਰਵਾਏ ਆ। ਜੀ ਹਾਂ, ਉਹ ਕਦੋਂ ਜਮਾ ਕਰਵਾਏ ਸਨ? ਉਹ ਜਮਾ ਕਰਾਏ ਸੀ ਨਵੰਬਰ ਵਿੱਚ। ਨਵੰਬਰ ਕਿਹੜੇ ਸਾਲ ਵਿੱਚ? 2012 ਵਿੱਚ ਹੀ। ਤਾਂ ਹੁਣ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਪੁੱਛਣਾ ਚਾਹੁੰਦੀ ਕਿ ਹੁਣ ਮੈਂ ਇੰਡੈਫੀਨਿਟ ਅਪਲਾਈ ਕਰਾਂ ਜਾਂ ਮੈਂ ਵੀਜ਼ਾ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਤੁਸੀਂ ਇੰਡੈਫੀਨਿਟ ਸਟੇ ਅਪਲਾਈ ਨਹੀਂ ਕਰ ਸਕਦੇ ਹੋ, ਤੁਹਾਨੂੰ ਹੋਰ 2.5 ਸਾਲਾਂ ਵੀਜ਼ਾ ਅਪਲਾਈ ਕਰਨਾ ਪੈਣਾ ਹੈ। ਉਹ ਲੋਕੀ ਜਿਹਨੇ ਉੱਥੇ ਐਪਲੀਕੇਸ਼ਨ ਅਗਰ 9 ਜੁਲਾਈ 2012 ਤੋਂ ਪਹਿਲੇ ਪਾਈ ਸੀ, ਉਸ ਵੇਲੇ ਕਾਨੂੰਨ ਸੀ ਕਿ ਜਿਹਨੇ ਉਹ ਐਪਲੀਕੇਸ਼ਨ ਪਾਈ ਹੈ ਤਾਂ ਉਹਨਾਂ ਨੂੰ 2 ਸਾਲ ਬਾਅਦ ਇੱਥੇ ਪਰਮਾਨੈਂਟ ਸਟੇ ਮਿਲ ਜਾਣਾ ਸੀ। ਲੇਕਿਨ 9 ਜੁਲਾਈ 2012 ਚ ਕਾਨੂੰਨ ਚੇਂਜ ਹੋ ਗਿਆ ਸੀ, ਉਸ ਤੋਂ ਬਾਅਦ ਉਹਨੇ 5 ਸਾਲ ਇਹਨੇ ਕਰ ਦਿੱਤਾ ਹੈ। ਲੇਕਿਨ ਅਸੀਂ ਗੱਲ ਤੇ ਫਾਈਟ ਕਰ ਰਹੇ ਹਾਂ, ਇੱਕ ਕੰਪੇਨ ਵੀ ਸ਼ੁਰੂ ਕਰ ਰਹੇ ਹਾਂ 2-1 ਵੀਕ ਵਿੱਚ ਕਿ ਇਹ ਜਿਹੜੇ ਪੁਰਾਣੇ ਰੂਲਸ ਹਨ 2012 ਤੋਂ ਪਹਿਲੇ उन्हें दोबारा लागू किया जाए। लेकिन तुम इसलिए इंडेफिनिट स्टे नहीं अप्लाई कर सकते हो, तुम एक्सटेंशन अप्लाई करोगे। कल का शुक्रिया। वधदे नैक्सट कॉलर वाल जी। जी सत श्री अकाल मालिक साहब। जी सत श्री अकाल मालिक साहब, मैं पुछना सी, मैं इंडिया मैरिज करवाने वास्ते जाना सीगा ते मेरी वेजेस भी 22,000 तक है, 22,000 है ते बाकी पेपर वर्क भी ठीक है, पर मेरे को छोटी जी प्रॉब्लम है अकाउंट विच। मैं डिवोर्स लिया सी, उसदा करके 1 साल मैं अकाउंट नूं माइनस विच रखिया सी ਤੇ ਹੁਣ ਜੇ ਮੈਂ ਅਕਾਊਂਟ ਦੇ ਵਿੱਚ ਪੈਸੇ 5-6 ਹਜ਼ਾਰ ਪਾਉਂਡ ਰੱਖ ਕੇ 6 ਮੰਥ ਦੀ ਸਟੇਟਮੈਂਟ ਨਾਲ ਲਾ ਕੇ ਅਪਲਾਈ ਕਰਾਂ ਤਾਂ ਉਹ ਕੀ ਗੱਲ ਚੱਲ ਸਕਦਾ, ਜਾਂ ਕਿ ਉਹ ਮੇਰਾ ਪੁਰਾਣਾ ਰਿਕਾਰਡ ਦੇਖ ਸਕਦੇ ਆ, ਜਾਂ ਫਿਰ ਮੈਂ ਨਵਾਂ ਅਕਾਊਂਟ ਬਣਾ ਕੇ ਕਰਾਂ? ਇਹਦੇ ਬਾਰੇ ਥੋੜਾ ਦੱਸ ਸਕਦੇ ਹੋ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਤੁਹਾਨੂੰ ਕੋਈ ਚਿੰਤਾ ਕਰਨੇ ਦੀ ਲੋੜ ਨਹੀਂ ਹੈ। ਜਦੋਂ ਅਪਲਾਈ ਕਰੋਗੇ ਸਿਰਫ ਤੁਹਾਡੀ ਪਿਛਲੇ 6 ਮਹੀਨੇ ਦੀਆਂ ਪੇ ਸਲਿਪ 6 ਮਹੀਨੇ ਦੀਆਂ ਬੈਂਕ ਸਟੇਟਮੈਂਟ ਵੇਖਣਗੇ, ਉਸ ਤੋਂ ਪੁਰਾਣਾ ਰਿਕਾਰਡ ਤੁਹਾਡਾ ਕੋਈ ਨਹੀਂ ਵੇਖਣਗੇ। ਅਗਰ ਤੁਹਾਡਾ ਪਿਛਲਾ 6 ਮਹੀਨੇ ਦੀਆਂ ਬੈਂਕ ਸਟੇਟਮੈਂਟਸ ਨੇ ਜਿਹੜੀਆਂ ਕਿ ਓਵਰਡਰਾਨੀ ਨੇ ਤੇ ਤੁਹਾਡੇ ਜਿਹੜੇ ਵੇਜਸ ਨੇ ਉਹ ਵੀ ਉਸੇ ਬੈਂਕ 'ਚ ਗਏ, ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ, ਤੁਹਾਨੂੰ ਚਿੰਤਾ ਕਰਨੇ ਦੀ ਕੋਈ ਲੋੜ ਨਹੀਂ ਹੈ। ਪੁਰਾਣਾ ਰਿਕਾਰਡ ਉਹ ਨਹੀਂ ਵੇਖਣਗੇ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। अस्सलाम वालेकुम जी। वालेकुम सलाम। मैंने पूछना सीगा कि ਅਸੀਂ 7 ਸਾਲ ਦੀ ਬੇਸ ਤੇ ਜਿਹੜੀ ਐਪਲੀਕੇਸ਼ਨ ਪਾਈ ਸੀ, ਸਾਡੇ ਕੋਲ 7 ਸਾਲ ਹੋਣ ਤੋਂ ਪਹਿਲਾਂ ਐਡੀਸ਼ਨਲ ਗਰਾਊਂਡ ਮੰਗੇ ਸੀ ਉਹਨਾਂ ਨੇ 1 ਮਹੀਨਾ ਪਹਿਲਾਂ, ਰਾਈਟ? ਉਹ ਅਸੀਂ ਭੇਜਦੇ ਤੇ 7 ਸਾਲ ਬੱਚਿਆਂ ਨੂੰ ਹੋ ਗਏ, ਹੁਣ 8 ਸਾਲ ਹੋ ਗਏ ਆ ਜੀ। ਤੇ ਉਹ ਅਸੀਂ ਫਿਰ ਜੁਡੀਸ਼ੀਅਲ ਉਹਨਾਂ ਨੇ ਸਾਨੂੰ ਰਿਫਿਊਜ਼ ਕਰਤੀ ਵਿਦਆਊਟ ਕਹਿੰਦੇ ਬਾਹਰ ਜਾ ਕੇ ਆਊਟ ਆਫ ਕੰਟਰੀ ਰਾਈਟ ਆਫ ਪੀਸ ਦਿੱਤਾ ਸੀ ਉਹਨਾਂ ਨੇ। ਤੇ ਅਸੀਂ ਜੁਡੀਸ਼ੀਅਲ ਰਿਵਿਊ 'ਚ ਗਿਆ ਸੀ, ਉਹਨਾਂ ਨੇ ਜੁਡੀਸ਼ੀਅਲ ਰਿਵਿਊ ਜੱਜ ਨੇ ਕਿਹਾ ਵੀ ਨਹੀਂ, ਤੁਸੀਂ ਔਰਲ ਹੀਅਰਿੰਗ ਵਾਸਤੇ ਉਹਨਾਂ ਸਾਨੂੰ ਦਿੱਤੀ ਪਰਮਿਸ਼ਨ, ਔਰਲ ਹੀਅਰਿੰਗ ਵਾਸਤੇ ਜਾਓ। ਹੁਣ ਅਸੀਂ ਔਰਲ ਹੀਅਰਿੰਗ ਵਾਸਤੇ ਅਸੀਂ ਪਰਮਿਸ਼ਨ ਮੰਗਣੀ ਹੈਗੀ ਆ, ਕਿ ਮਿਲ ਜੂਗੀ ਜਾਂ ਕਿੰਨਾ ਕੀ ਚੱਕਰ ਹੈਗਾ ਇਹਦਾ, ਕੁਝ ਤੁਹਾਨੂੰ ਸਮਝਾਓਗੇ ਪਲੀਜ਼? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਅਸਲ 'ਚ ਪੋਲੀਟੀਕਲ ਮਸਲਾ ਹੈ ਤੇ ਜਿਸ ਨੂੰ ਪੋਲੀਟਿਕਲੀ ਹੱਲ ਨਹੀਂ ਹੋ ਰਿਹਾ, ਕਿਉਂਕਿ ਕੋਰਟਸ ਦਾ ਜਾਂ ਵਕੀਲਾਂ ਦਾ ਕੰਮ ਸਿਰਫ ਉਹ ਜਿਹੜੇ ਰੂਲਸ ਹਨ ਉਹਨਾਂ ਨੂੰ ਅੱਗੇ ਚਲਾਉਣਾ ਹੁੰਦਾ ਹੈ। ਅਸਲ ਚੀਜ਼ ਹੁੰਦੀ ਹੈ ਕਿ ਪਾਰਲੀਮੈਂਟ ਵਿੱਚ ਗੌਰਮੈਂਟ ਕੇ ਕਾਨੂੰਨ ਬਣਾਉਂਦੀ ਹੈ। ਅਨਫੋਰਚੂਨੇਟਲੀ ਸਾਡੇ ਜਿੰਨੇ ਵੀ ਐਮਪੀਜ਼ ਨੇ ਉਹ ਕਦੇ ਵੀ ਕਿਸੇ ਐਮਪੀ ਇਮੀਗ੍ਰੇਸ਼ਨ ਦੇ ਬਾਰੇ 'ਚ ਇਮੀਗ੍ਰੈਂਟਸ ਦੇ ਬਾਰੇ 'ਚ ਕਦੇ ਕੋਈ ਗੱਲ ਨਹੀਂ ਕੀਤੀ। ਇਸ ਵਜ੍ਹਾ ਦੇ ਨਾਲ ਗੌਰਮੈਂਟ ਜਿਹੜਾ ਚਾਹੇ ਆਪਣਾ ਕਾਨੂੰਨ ਬਣਾ ਲਿੱਤਾ ਹੈ ਤਾਂ ਉਹ ਲੋਕਾਂ ਨੂੰ ਜਾਣਬੁੱਝ ਕੇ ਤੰਗ ਕਰ ਰਹੇ ਨੇ। ਤੁਹਾਡਾ ਅਗਰ ਓਰਲ ਹੀਅਰਿੰਗ ਵਿੱਚ ਕੇਸ ਗਿਆ ਤੇ ਚੰਗੀ ਗੱਲ ਹੈ, ਐਪਲੀਕੇਸ਼ਨ ਕਰੋ ਓਰਲ ਹੀਅਰਿੰਗ ਤੇ ਉੱਥੇ ਕੋਟੇਸ਼ਨ ਕਰਨੀ ਹੈ। ਇੱਕ ਰੀਸੈਂਟਲੀ ਇੱਕ ਫੈਸਲਾ ਹੋਇਆ ਹੈ ਕੋਰਟ ਦਾ, ਹਾਈ ਕੋਰਟ ਦਾ, ਜਿਸ ਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਬੱਚੇ ਇੱਥੇ 7 ਸਾਲ ਪੂਰੇ ਕਰਨ ਉਹਨਾਂ ਨੂੰ ਤਾਂ ਉਹਨਾਂ ਨੇ ਫੈਮਿਲੀ ਨੂੰ ਇੱਥੇ ਸਟੇ ਮਿਲ ਜਾਣਾ ਚਾਹੀਦਾ। ਤੁਸੀਂ ਇਸ ਗਰਾਊਂਡ ਤੇ ਅੱਗੇ ਓਰਲ ਹੀਅਰਿੰਗ ਤੇ ਚਲੇ ਜਾਓ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਉਹ ਸਾਡੇ ਇੱਕ ਰਿਸ਼ਤੇਦਾਰਾਂ ਚੋਂ ਸੀਗਾ ਕੋਈ, ਉਹਨੂੰ ਜਿੱਦਾਂ ਲੀਗਲ ਸੀ ਕੰਮ ਕਰਦਾ ਫੜਿਆ ਗਿਆ, ਹੁਣ ਉਹਨੂੰ ਸੈਂਟਰ 'ਚ ਲੈ ਗਿਆ। ਹੁਣ ਕੀ ਕਰਨਗੇ, ਉਹਨੂੰ ਛੱਡ ਦੇਣਗੇ ਜਾਂ ਕਿੱਦਾਂ? ਅਗਰ ਲੀਗਲ ਸੀ ਤਾਂ ਫਿਰ ਉਹਨੇ ਉਸ ਨੂੰ ਨਹੀਂ ਫੜ ਸਕਦੇ ਸੀ, ਉਹਨਾਂ ਨੂੰ ਕਿਉਂ ਪਕੜਿਆ? ਇਲੀਗਲ ਸੀ ਜਾਂ ਲੀਗਲ ਸੀ? ਨਹੀਂ, ਇਲੀਗਲ ਹੀ ਸੀ, ਇਲੀਗਲ ਸੀ। ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਅਗਰ ਕੋਈ ਬੰਦਾ ਇਲੀਗਲ ਫੜਿਆ ਜਾਏ ਤਾਂ ਫਿਰ ਉਸ ਨੂੰ ਬਹੁਤ ਘੱਟ ਛੋੜਦੇ ਨੇ, ਕਿਉਂਕਿ ਇਹ ਤਾਂ ਲੱਭ ਰਹੇ ਨੇ ਇਲੀਗਲ ਲੋਕਾਂ ਨੂੰ। ਅਗਰ ਕਿਤੇ ਲੱਭ ਜਾਣ ਤਾਂ ਉਹਨਾਂ ਨੂੰ ਪਕੜ ਕੇ ਤੇ ਡਿਟੈਂਸ਼ਨ ਰੱਖਦੇ ਨੇ। ਇਸੇ ਦੌਰਾਨ ਉਹਨਾਂ ਦੇ ਟਰੈਵਲ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਨੇ, ਭੇਜ ਸਕਦੇ ਨੇ। ਤੁਸੀਂ ਉਸ ਤੋਂ ਚੈੱਕ ਕਰੋ ਅਗਰ ਉਸ ਨੂੰ ਇੱਥੇ ਰਹਿਣੇ ਦੀ ਕੋਈ ਗਰਾਊਂਡਸ ਹਨ, ਕਿਸੇ ਗਰਾਊਂਡ ਤੇ ਹੁਣ ਵੀ ਅਗਰ ਐਪਲੀਕੇਸ਼ਨ ਪਾ ਜਾਂਦਾ ਹੈ तो फिर शायद किसी किस्म की कोई उसनों कोई रिलीफ मिल सके, कोई हेल्प मिल सके। लेकिन गलती उसको ये हुई कि पहले उसका अपने स्टे नूं रेगुलाइज करने वास्ते एप्लीकेशन नहीं पाई, लेकिन हुण ये ट्राई कर सकते हो। कल का शुक्रिया। वधिया नैक्सट कॉलर वाल जी। हेलो, सत श्री अकाल मालिक साहब जी। जी सत श्री अकाल। मैं बर्मिंघम तो बोलदा जी। ਤੇ ਭਾਜੀ ਮੈਨੂੰ 2.5 ਸਾਲ ਦੇ ਸਟੇ ਮਿਲੀ ਸੀ ਪਹਿਲਾਂ, ਜਿੱਦਾਂ ਇੱਥੇ ਵੀਜ਼ਾ ਕਾਰਡ। ਠੀਕ ਹੈ। ਹਾਂਜੀ, ਤੇ ਮੈਂ ਜਿੱਦਾਂ ਹੁਣ ਦੁਬਾਰਾ ਮੈਨੂੰ ਮੈਂ ਸਾਰਾ ਪੇਪਰ ਵਰਕ ਉਹਨਾਂ ਨੂੰ ਭੇਜ ਦਿੱਤਾ ਸੀਗਾ। ਠੀਕ ਹੈ। ਤੇ ਮੇਰੇ ਫਿੰਗਰਪ੍ਰਿੰਟ ਵੀਜ਼ੇ ਦਾ ਸਾਰਾ ਕੁਝ ਹੋ ਗਿਆ। ਠੀਕ। 2 ਮਹੀਨੇ ਹੋ ਗਏ ਘੱਲਿਆਂ ਨੂੰ। ਠੀਕ। ਤੇ ਭਾਜੀ ਮੇਰਾ ਥੋੜਾ ਜਿਹਾ 11 ਸਾਲ ਮੇਰੇ ਵਿਆਹ ਨੂੰ ਹੋ ਗਿਆ, ਜਿਹੜਾ ਮੇਰਾ ਘਰ ਆਣੇ ਦਾ ਪ੍ਰੋਬਲਮ ਸੀ, ਮੈਂ ਨਿਆਣਿਆਂ ਨੂੰ ਖਰਚਾ ਦਿੰਦਾ ਹੈ ਨਾ। ਠੀਕ ਹੈ। ਤੇ ਹੁਣ ਮੈਂ 2.5 ਮਹੀਨੇ ਮੈਨੂੰ ਪੇਪਰ ਭੇਜਿਆ ਨੂੰ ਹੋ ਗਏ ਆ, ਤੇ ਉਹ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ ਦੇ ਦਿੰਦੇ? ਤਾਂ ਕੋਈ ਨਿਆਣਿਆਂ ਨੂੰ ਪ੍ਰੋਬਲਮ ਨਾ ਪਾਉਣਗੇ, ਮੈਂ ਨਾ ਨਿਆਣਿਆਂ ਨੂੰ ਖਰਚਾ ਵੀ ਦਿੰਦਾ, ਸਾਰਾ ਕੁਝ ਮਿਲਣ ਦੇ ਉਹਨੂੰ ਕਿਹਾ ਪਰ ਮਿਲਣ ਨਹੀਂ ਦਿੰਦੀ ਜਿੱਦਾਂ। ਤੇ ਕੋਈ ਉਦਾਂ ਮੇਰਾ ਸਾਰਾ ਪੇਪਰ ਵਰਕ ਨਾ ਦਿੱਤਾ, ਮੈਂ 20 ਸਾਲ ਮੈਨੂੰ ਆਏ ਨੂੰ ਹੋਏ ਜਿੱਦਾਂ। ਠੀਕ ਹੈ।
ਤੇ ਹੁਣ ਕੋਈ ਉਹ ਕਿੰਨਾ ਕੁ ਟਾਈਮ ਲੱਗ ਸਕਦੇ ਜਿੱਦਾਂ? जी ਤੁਹਾਡੀ ਗੱਲ ਦਾ ਸ਼ੁਕਰੀਆ। अगर 2-2.5 महीने हो गए तो इसका मतलब है महीना एक और लग जाएगा, चूंकि होम ऑफिस वाले को तकरीबन 3-1 महीने ना क्यू है, इसलिए 3-4 महीने इस केस लग जाते हैं। अगर 2.5 महीने हो गए तो इसका मतलब होर महीने 1.5 महीने ਤੁਹਾਡਾ स्टे हो जाना चाहिए। ਤੁਹਾਨੂੰ ਕੋਈ प्रॉब्लम की लोड़ नहीं, क्योंकि एक बार अगर किसी बंदे ਨੂੰ 2.5 साल का स्टे दे देन फिर फर्दर ਜਿਹੜਾ है लीव ਦੇ ਵਾਸਤੇ कोई प्रॉब्लम नहीं होती है, तो ਤੁਹਾਨੂੰ भी कोई प्रॉब्लम नहीं होगी। कॉल ਦਾ शुक्रिया। ਵਧਦੇ ਹਾਂ ਅਗਲੇ ਕਾਲਰ ਵਾਲ ਜੀ। ਹਾਂਜੀ ਮਲਿਕ ਸਾਹਿਬ ਸਤਿ ਸ੍ਰੀ ਅਕਾਲ ਜੀ। ਸਰ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਿੱਦਾਂ ਮੇਰਾ 10 ਸਾਲ ਦੇ ਇੱਥੇ ਬੱਚਿਆਂ ਦੇ ਸਿਰ ਤੇ ਕੇਸ ਲੱਗਾ ਸੀ, ਬ੍ਰਿਟਿਸ਼ ਸੀਗੇ ਬੱਚੇ, ਤੇ ਮੇਰਾ 2.5 ਸਾਲ ਦਾ ਵੀਜ਼ਾ ਲੱਗ ਗਿਆ ਸੀ। ਹੁਣ ਮੈਂ ਮੈਰਿਜ ਬੇਸ ਤੇ ਕੇਸ ਲਾਉਣਾ ਸੀ ਇੱਥੇ, ਪਰ ਉਹਦੇ ਵਾਸਤੇ ਮੈਂ ਪੈਸੇ ਸ਼ੋ ਜਿਹੜੇ 18,600 ਇੰਡੀਆ ਮੈਂ 63 ਲੱਖ ਰੁਪਈਆ, ਜਿੱਦਾਂ 63 ਲੱਖ ਰੁਪਈਆ ਜੇ ਆਪਣੀ ਬੈਂਕ 'ਚ ਇੰਡੀਆ ਵਿੱਚ ਮੈਂ ਸ਼ੋ ਕਰ ਦਵਾਂ ਤਾਂ ਉਹ ਚੱਲ ਸਕਦਾ ਆ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ ਉਹ ਪ੍ਰੋਬਲਮ ਖੜੀ ਹੋਏਗੀ, ਉਹ ਸ਼ਾਇਦ ਬਿਲੀਵ ਨਹੀਂ ਕਰਨਗੇ ਕਿ ਤੁਹਾਡੇ ਕੋਲ ਇੰਡੀਆ ਪੈਸੇ ਇੱਥੇ ਟ੍ਰਾਂਸਫਰ ਹੋ ਸਕਦੇ ਨਹੀਂ। ਅਗਰ ਯੂਕੇ ਦੇ ਵਿੱਚ ਤੁਹਾਡੇ ਕੋਲ 62,500 ਪਾਉਂਡ ਤੋਂ ਜ਼ਿਆਦਾ ਪੈਸਾ ਹੈ ਤੇ 6 ਮਹੀਨੇ ਤੁਹਾਡੇ ਅਕਾਊਂਟ ਦੇ ਵਿੱਚ ਯੂਕੇ ਦੇ ਵਿੱਚ ਹੈ ਤੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਗਰ ਇੰਡੀਆ ਦੇ ਸ਼ੋ ਕਰੋਗੇ ਤਾਂ ਪ੍ਰੋਬਲਮ ਹੋ ਜਾਊਗੀ, ਕਿਉਂਕਿ ਇੰਡੀਆ ਤੋਂ ਰਕਮ ਇਸ ਤਰ੍ਹਾਂ ਟ੍ਰਾਂਸਫਰ ਨਹੀਂ ਹੋ ਸਕਦੀ ਹੈ, ਟ੍ਰਾਂਸਫਰੇਬਲ ਨਹੀਂ ਹੈ। ਤੇ ਦੂਸਰੀ ਗੱਲ ਇਮੀਗ੍ਰੇਸ਼ਨ ਵਾਲੇ ਉਸ ਤੇ ਬਿਲੀਵ ਨਹੀਂ ਕਰਨਗੇ। ਕੱਲ ਦਾ ਸ਼ੁਕਰੀਆ। ਵਧਦੇ ਹਾਂ ਅਗਲੇ ਕਾਲਰ ਵਾਲ ਜੀ। ਹੈਲੋ ਜੀ। ਜੀ ਇਹ ਮੇਰਾ ਲੈਕਸੀ ਦਾ ਕੇਸ ਸੀ ਤੇ ਮੈਂ 2002 ਵਿੱਚ ਇੱਥੇ ਆਇਆ ਸੀ। ਠੀਕ ਹੈ। ਤੇ ਮੈਂ ਅਸੀਂ 9 ਜਾਂ 8 ਵਿੱਚ ਆਪਣਾ ਮੈਂ ਕੇਸ ਲਗਾ ਦਿੱਤਾ ਸੀ। ਠੀਕ ਹੈ। ਉਹਨਾਂ ਨੇ ਮੇਰਾ 2014 ਵਿੱਚ ਮੇਰਾ ਤੁਸੀਂ ਡਿਕਲਾਈਨ ਕਰਤਾ, ਕਿਉਂਕਿ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਕੀਤਾ, ਤੁਸੀਂ 6-7 ਸਾਲ ਕਿੱਥੇ ਰਹੇ ਆ। ਹੁਣ ਇਸ ਰੀਜ਼ਨ ਕਰਕੇ ਮੇਰਾ ਜਿਹੜਾ ਕੇਸ ਆ ਉਹਨੂੰ ਰਿਫਿਊਜ਼ ਕਰਤਾ ਤੇ ਮੈਂ ਉਹਦੀ ਅੱਗੇ ਹੁਣ ਉਹਦੀ ਅਪੀਲ ਜਾਂ ਕੁਛ ਉਹਦੀ ਨਵੀਂ ਕੁਛ ਉਹਦੀ ਲੈਟਰ ਪਾ ਸਕਦਾ ਕੁਛ ਉਹਦਾ ਕੁਛ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਤੁਸੀਂ ਅਗਰ ਚਾਹੋ ਤਾਂ ਉਸਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਹੋ, ਲੇਕਿਨ ਤੁਹਾਨੂੰ ਸਟੇ ਲੱਭ ਜਾਣਾ ਚਾਹੀਦਾ ਸੀ। ਅਗਰ ਤਾਂ 2006 ਦੇ ਵਿੱਚ ਐਮਨੈਸਟੀ ਨਿਕਲੀ ਸੀ, ਲੈਗੇਸੀ ਨਿਕਲੀ ਸੀ, ਤੁਸੀਂ ਉਸ ਵਿੱਚ ਆਉਂਦੇ ਸੀ ਤਾਂ ਤੁਹਾਨੂੰ ਸਟੇ ਲੱਭ ਜਾਣਾ ਚਾਹੀਦਾ ਸੀ। ਅਗਰ ਉਹਨੇ ਰਿਫਿਊਜ਼ ਕਰ ਦਿੱਤਾ ਹੈ ਤਾਂ ਜ਼ਿਆਦਾ ਬਿਹਤਰ ਹੈ ਕਿ ਇਸ ਨੂੰ ਅੱਗੇ ਕੋਰਟ ਦੇ ਵਿੱਚ ਚੈਲੰਜ ਕਰ ਲਿਓ। ਤੁਹਾਡੀ ਗੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਹੈਲੋ ਜੀ। ਹਾਂਜੀ ਮਿਸਟਰ ਮਲਿਕ ਜੀ। ਹਾਂਜੀ ਈਵਨਿੰਗ ਜੀ। ਮਲਿਕ ਸਾਹਿਬ ਤੁਹਾਨੂੰ ਪੁੱਛਣਾ ਸੀਗਾ ਕਿ ਆਪਣਾ ਵਾਈਫ ਤੇ ਸਪਾਊਸ ਦੇ ਵੀਜ਼ੇ ਦੇ ਪੇਪਰ ਲਗਵਾਏ ਸੀਗੇ, ਪਰ ਕੁਝ ਐਸੀਆਂ ਗੱਲਾਂ ਹੋ ਗਈਆਂ ਕਿ ਉਹਨਾਂ ਤੋਂ ਨਾ ਵੀਜ਼ਾ ਰਿਫਿਊਜ਼ ਕਰਵਾਉਣਾ ਪਿਆ। ਉਸਦਾ ਵਾਈਫ ਦਾ ਵੀਜ਼ਾ ਰਿਫਿਊਜ਼ ਕਰਵਾ ਦਿੱਤਾ ਸੀਗਾ ਤੇ ਹੁਣ ਉਹਨਾਂ ਨੇ ਕੀ ਕੀਤਾ ਹੈਗਾ ਕਿ ਹੁਣ ਉਹਨਾਂ ਨੇ ਕੋਰਟ ਦੇ ਥਰੂ ਵਗੈਰਾ ਸਾਨੂੰ ਲੈਟਰ ਭਿਜਵਾ ਦਿੱਤੀ ਹੈ ਕਿ ਅਸੀਂ ਦਾਜ ਮੰਗ ਰਹੇ ਹਾਂ, ਕਿ ਫੌਜ ਡੋਰੀ ਦਾ ਕੇਸ ਬਣਾ ਕੇ ਨਾ ਸਾਡੇ ਤੇ ਇੱਥੇ ਸਾਨੂੰ ਇੰਗਲੈਂਡ ਭਜਾਏ ਹੈਗੇ ਨੇ ਉਹ ਪੇਪਰਸ ਵਗੈਰਾ ਨਾ ਸੋਲਿਸਿਟਰ ਦੇ, ਔਰ ਸਾਡੇ ਤੋਂ ਪੈਸੇ ਵੀ ਮੰਗ ਰਹੇ ਨੇ ਕਿ ਲੜਕੀ ਨੂੰ 1 ਲੱਖ ਰੁਪਈਆ ਦਿਓ। ਤੁਹਾਨੂੰ ਵੀ ਪਤਾ ਹੈਗਾ ਕਿ 1 ਲੱਖ ਰੁਪਏ ਤੇ ਇੱਥੇ ਵੀ ਕਮਾਉਣਾ ਮੁਸ਼ਕਿਲ ਹੁੰਦਾ ਹੈਗਾ। ਕੁਛ ਇਹਦਾ ਸੋਲੂਸ਼ਨ ਦੱਸੋਗੇ ਕਿ ਅਗਰ ਉਹਨੇ ਕੇਸ ਕਿੱਥੇ ਕੀਤਾ? ਇੰਡੀਆ ਦੇ ਵਿੱਚ ਕੀਤਾ ਹੈ ਕਿ ਇੱਥੇ ਕੀਤਾ ਹੈ? ਇੰਡੀਆ ਦੇ ਵਿੱਚ ਹੀ ਕੀਤਾ ਹੈਗਾ ਉਹ, ਕਿਉਂਕਿ ਵੀਜ਼ਾ ਉਹਦਾ ਲਗਾਇਆ ਨਹੀਂ ਸੀਗਾ, ਰਿਫਿਊਜ਼ ਕਰਵਾ ਦਿੱਤਾ ਸੀਗਾ। ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਜ਼ਿਆਦਾ ਬਿਹਤਰ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਜਿੱਥੇ ਕੇਸ ਕੀਤਾ ਉੱਥੇ ਕੋਈ ਵਕੀਲ ਲੱਭੋ। ਅੱਜ ਕੱਲ੍ਹ ਇੰਟਰਨੈਟ ਤੇ ਹਰ ਵਕੀਲ ਦਾ ਨਾਮ ਪਤਾ ਮੌਜੂਦ ਹੈ, ਉੱਥੇ ਕੋਈ ਚੰਗਾ ਜਿਹਾ ਵਕੀਲ ਲੱਭ ਕੇ ਉਸ ਨੂੰ ਇੰਸਟਰਕਟ ਕਰੋ, ਉਹ ਤੁਹਾਡਾ ਕੇਸ ਉੱਥੇ ਫਾਈਟ ਕਰੂਗਾ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਮੈਂ ਜੀ ਇਲਫੜ ਤੋਂ ਬੋਲ ਰਿਹਾ। ਮੈਂ ਪੁੱਛਣਾ ਜੀ ਆਪਣੇ ਮੇਰੇ ਪੇਰੈਂਟਸ ਲਈ ਨਾ ਜੀ ਅਸੀਂ ਜਿਹੜਾ ਹਿਊਮਨ ਰਾਈਟ ਦੇ ਸਿਰ ਤੇ ਮੇਰੇ ਪੇਰੈਂਟਸ ਨੂੰ ਇੱਥੇ ਵੀਜ਼ਾ ਮਿਲਿਆ। 2.5 ਈਅਰ ਇਹਨਾਂ ਦੇ ਜਿਹੜੇ ਐਕਸਪਾਇਰ ਹੋਣੇ ਜਨਵਰੀ 2017 ਦੇ ਵਿੱਚ। ਠੀਕ ਹੈ। ਕੋਈ ਚੇਂਜਿੰਗ ਆਇਆ ਜੀ ਰੂਲ ਦੇ ਵਿੱਚ ਜਾਂ ਸਿੱਧੀ ਐਪਲੀਕੇਸ਼ਨ ਉਹੀ ਫਿਰ 2.5 ਸਾਲ ਲਈ ਫਿਰ ਅਪਲਾਈ ਕਰਨੀ ਪੈਣੀ ਹੈ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। 2.5 ਸਾਲ ਦੀ ਅਪਲਾਈ ਕਰਨੀ ਪੈਣੀ ਹੈ, ਕਿਉਂਕਿ ਉਹਨੂੰ ਵੀ 10 ਸਾਲ ਨੇ ਜਿਹੜਾ 10 ਈਅਰ ਦਾ ਰੂਟ ਹੈ ਉਸ ਤੇ ਚੜਾਇਆ ਹੈ। ਤਾਂ ਇਸ ਦਾ ਮਤਲਬ ਹੈ ਕਿ ਇਹਨਾਂ ਨੂੰ ਵੀਜ਼ਾ ਖਤਮ ਹੋਣ ਤੋਂ 1 ਮਹੀਨਾ ਪਹਿਲੇ ਅਪਲਾਈ ਕਰੋਗੇ। 2.5 ਸਾਲ ਨੇ ਹੋਰ ਵੀਜ਼ੇ ਦੇ ਵਾਸਤੇ ਇਹ ਹੋਰ ਅੱਗੇ ਅਪਲਾਈ ਕਰਨਾ ਪਏਗਾ 2 ਵਾਰੀ ਹੋਰ। ਜਦੋਂ 10 ਸਾਲ ਪੂਰੇ ਕਰਨਗੇ ਫਿਰ ਇਹਨੂੰ ਪਰਮਾਨੈਂਟ ਸੈਟਲਮੈਂਟ ਮਿਲੇਗੀ। ਤਾਂ ਬਹਰਹਾਲ ਇਸ ਤੇ ਵੀ ਗੌਰਮੈਂਟ ਤੋਂ ਉਠਾ ਰਹੇ ਹਾਂ, ਤਾਂ ਉਹਨੇ ਤੋਂ ਅੱਜ ਕੱਲ੍ਹ ਡਿਮਾਂਡ ਕਰ ਰਹੇ ਹਾਂ ਇਸੇ ਪ੍ਰੋਸੈਸ ਵਿੱਚ ਕਿ ਇਹ ਜਿਹੜੇ ਰੂਲਸ ਨੇ 2012 ਦੇ ਵਿੱਚ ਕੀਤੇ ਸੀ ਨੇ ਫੇਅਰ ਨਹੀਂ ਸਨ। ਉਸ ਤੋਂ ਪਹਿਲੇ ਰੂਲ ਆ ਕਿ ਪੈਰਿਸ ਨੂੰ ਪੱਕਾ ਸਟੇ ਮਿਲਣਾ ਚਾਹੀਦਾ। ਇਸ ਤੇ ਅਸ ਫਾਈਟ ਕਰ ਰਹੇ ਹਾਂ। 2-1 ਵੀਕ ਹੀ ਤੁਹਾਨੂੰ ਦੱਸ ਦਿਆਂਗੇ ਕਿ ਕੇਸ ਵਿੱਚ ਕੀ ਕਰਨਾ ਚਾਹੀਦਾ। ਇਸੇ ਦੇ ਨਾਲ ਵੇਲਾ ਹੋਇਆ ਇੱਕ ਛੋਟੀ ਜੀ ਬ੍ਰੇਕ ਦਾ। ਤੁਸੀਂ ਟੀਵੀ ਅਗਰ ਵੇਖ ਰਹੇ ਹੋ ਤਾਂ ਟੀਵੀ ਵੇਖਦੇ ਰਹੋ। ਬ੍ਰੇਕ ਨੂੰ ਫਿਊ ਸੈਕਿੰਡ ਲੱਗਣਗੇ, ਉਸ ਤੋਂ ਬਾਅਦ ਬੈਕ ਟੂ ਦਾ ਸ਼ੋ। ਅਸੀਂ ਕੱਲ ਦਾ ਸਿਲਸਿਲਾ ਉੱਥੇ ਸ਼ੁਰੂ ਕਰਦੇ ਹਾਂ ਜਿੱਥੇ ਕਮਰਸ਼ੀਅਲ ਬ੍ਰੇਕ ਤੋਂ ਪਹਿਲੇ ਖਤਮ ਹੋਇਆ ਸੀ। ਵੇਖਦੇ ਹਾਂ ਨੈਕਸਟ ਕਾਲਰ ਕੌਣ ਨੇ ਜੀ। ਹੈਲੋ ਜੀ। ਹੈਲੋ ਕੁਲਦੀਪ ਸਿੰਘ ਆ ਭਾਜੀ ਜੀ। ਮੈਂ ਆਪਣੇ ਬਾਰੇ ਪੁੱਛਣਾ ਸੀ। ਮੇਰਾ 3 ਸਾਲ ਦਾ ਮੈਨੂੰ ਵੀਜ਼ਾ ਮਿਲਿਆ ਭਾਜੀ। ਠੀਕ ਹੈ। ਹਾਂਜੀ 3 ਸਾਲ ਦਾ ਪਹਿਲਾਂ ਮਿਲਿਆ, 3 ਸਾਲ ਦਾ ਹੁਣ ਮਿਲਿਆ। ਠੀਕ ਹੈ। ਹਾਂਜੀ ਮੈਂ ਹੁਣ ਮੇਰਾ ਦਸੰਬਰ 'ਚ ਮੇਰਾ ਵੀਜ਼ਾ ਖਤਮ ਹੋਣਾ। ਠੀਕ ਹੈ। ਜਿਹੜਾ ਹਾਂਜੀ
ਮੈਨੂੰ ਹੁਣ ਕਿੰਨਾ ਚਿਰ ਪਹਿਲਾਂ ਜਮ੍ਹਾਂ ਕਰਾਉਣਾ ਪੈਣਾ? जी ਤੁਹਾਡੀ ਕਾਲ ਦਾ ਸ਼ੁਕਰੀਆ। ਤੁਹਾਡੇ ਜਿਹੜੇ 6 ਸਾਲ ਹਨ ਉਹ ਤਦੋਂ ਤੋਂ ਸ਼ੁਰੂ ਹੋਣੇ ਜਦੋਂ ਤੁਹਾਡਾ ਪਹਿਲਾ ਵੀਜ਼ਾ ਲੱਗਾ ਸੀ, ਕਿਉਂਕਿ ਇਹ ਪੋਸਿਬਿਲਿਟੀ ਹੈ ਕਿ ਜਦੋਂ ਤੁਹਾਡੇ ਪਹਿਲੇ 3 ਸਾਲ ਪੂਰੇ ਹੋ ਗਏ ਸਨ ਤੁਸੀਂ ਫਿਰ ਦੁਬਾਰਾ ਅਪਲਾਈ ਕੀਤਾ, ਦੁਬਾਰਾ ਅਪਲਾਈ ਕਰਨੇ ਦੇ ਫੈਸਲਾ ਹੋਣੇ ਦੇ ਵੀ ਸ਼ਾਇਦ 2-4-6 ਮਹੀਨੇ ਹੋਰ ਲੱਗੇ ਹੁੰਦੇ ਤੇ ਉਹ 2-4-6 ਮਹੀਨੇ ਜਿਹੜੇ ਹੋਣਗੇ ਉਹ ਤੁਹਾਡੇ ਖਾਤੇ 'ਚ ਨਹੀਂ ਜਾਣਗੇ ਬਲਕਿ ਹੋਮ ਆਫਿਸ ਦੇ ਖਾਤੇ ਜਾਣਗੇ। ਜਦੋਂ ਤੁਹਾਨੂੰ ਪਹਿਲੇ ਸਟੇ ਮਿਲਿਆ ਸੀ 3 ਸਾਲ ਦਾ, ਉੱਥੋਂ ਜਦੋਂ 6 ਸਾਲ ਪੂਰੇ ਹੋ ਜਾਣ ਫਿਰ ਤੁਸੀਂ 1 ਮਹੀਨਾ ਪਹਿਲੇ ਪੱਕੇ ਸਟੇ ਵਾਸਤੇ ਅਪਲਾਈ ਕਰ ਸਕਦੇ ਹੋ। ਤੁਹਾਨੂੰ ਇੰਗਲਿਸ਼ ਟੈਸਟ ਜਾਂ ਲਾਈਫ ਕੇ ਟੈਸਟ ਦੀ ਕੋਈ ਲੋੜ ਨਹੀਂ ਹੈ। ਤੁਹਾਡੀ ਕਾਲ ਦਾ ਸ਼ੁਕਰੀਆ। ਵਧੀਆ ਨੈਕਸਟ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ। ਜੀ ਹੈਲੋ ਜੀ ਤੁਸੀਂ ਗੱਲ ਕਰੋ ਜੀ। ਹੈਲੋ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਲਿਕ ਸਾਹਿਬ ਜੀ, ਮੈਂ ਪੁੱਛਣਾ ਸੀਗਾ ਕਿ ਮੇਰੇ को ब्रिटिश पासपोर्ट ਹੈਗਾ ਤੇ ਮੇਰੇ ਹਸਬੈਂਡ ਸਪਾਊਸ ਵੀਜ਼ੇ ਤੇ ਆ ਤੇ ਮੇਰਾ ਬੇਟਾ 18 ਸਾਲ ਦਾ ਆ, ਹੁਣ ਹੋ ਜਾਣਾ ਜੂਨ ਵਿੱਚ। ਮੈਂ ਉਹਦੇ ਲਈ ਬ੍ਰਿਟਿਸ਼ ਪਾਸਪੋਰਟ ਅਪਲਾਈ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਕਰਨ ਨਹੀਂ ਦੇ ਰਹੇ ਹੈਗੇ, ਮੈਂ ਕਰ ਸਕਦੀ ਹਾਂ ਕਿ ਨਹੀਂ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਹਾਂ ਤੁਸੀਂ ਅਗਰ ਬੱਚਾ ਕੁਆਲੀਫਾਈ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਉਸ ਦੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ। ਉਸ ਵਾਸਤੇ ਸ਼ਰਤ ਹੈ ਕਿ ਅਗਰ ਤੁਹਾਡਾ ਬੱਚਾ ਯੂਕੇ ਦੇ ਵਿੱਚ ਪੈਦਾ ਨਹੀਂ ਹੋਇਆ ਸੀ, ਬਾਹਰੋਂ ਆਇਆ ਸੀ, ਤਾਂ ਤੁਹਾਡੇ ਕੋਲ ਪੱਕਾ ਸਟੇ ਹੋਣਾ ਜ਼ਰੂਰੀ ਹੈ। ਅਗਰ ਤੁਸੀਂ ਤਾਂ ਬ੍ਰਿਟਿਸ਼ ਨੈਸ਼ਨਲ ਹੋ, ਅਗਰ ਤੁਹਾਡਾ ਬੱਚਾ ਪੈਦਾ ਹੋਇਆ ਸੀ ਤਾਂ 18 ਸਾਲ ਤੋਂ ਜ਼ਿਆਦਾ ਹੈ ਤਾਂ ਤੁਸੀਂ 18 ਸਾਲ ਤੋਂ ਘੱਟ ਤੁਸੀਂ ਉਸ ਦਾ ਪਾਸਪੋਰਟ ਐਪਲੀਕੇਸ਼ਨ ਕਰ ਸਕਦੇ ਹੋ। ਇਹ ਡਿਪੈਂਡ ਹੈ ਕਿ ਉਹ ਕਿੱਥੇ ਪੈਦਾ ਹੋਇਆ ਸੀ, ਤੇ ਅਗਰ ਅਪਲਾਈ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ। ਕਾਲ ਦਾ ਸ਼ੁਕਰੀਆ। बढ़िया नेक्स्ट कॉलर वाल जी। हेलो जी। हेलो मिस्टर मलिक, मुझे आपसे पूछना, मैं यहाँ पर स्टूडेंट हूँ। ठीक है। ठीक है, तो मुझे 5 साल हो गए और 6वां साल चल रहा है, तो मेरा एक मॉड्यूल ऐसा है, मुझे उस पर उसके लिए एक्सटेंशन मिली है। तो मैंने यूनिवर्सिटी से बात की, वो बोल रहे हैं आपको एक्सटेंशन के बेस पर आपको वीजा नहीं लेकर दे सकते, और आप इसका हल बता सकते हैं, कुछ हो सकता है? जी आपकी कॉल का शुक्रिया। नहीं, इस पे तो आपको नहीं देंगे, क्योंकि जब तक आपको कैश लेटर यूनिवर्सिटी वाले नहीं देंगे तो मसले एक्सटेंड नहीं करेंगे। अलबत्ता अगर आप ये बस मॉड्यूल जो है आपका ये कंप्लीट करके वापस जाना चाहती हैं तो फिर होम ऑफिस को आप इस ग्राउंड पे अप्लाई कर सकती हैं कि जी मैं बस अपनी एजुकेशन कंप्लीट करके 2-4-6 महीने में वापस चले जाऊंगा, मुझे एक टाइम दिया जाए। इसके लिए आपको फिर टाइम दे देंगे। आउटसाइड ऑफ इमिग्रेशन से डिस्कशन लीव में आपको टाइम दे देंगे। कॉल का शुक्रिया। बढ़िया नेक्स्ट कॉलर वाल जी। हेलो अस्सलाम वालेकुम। जी वालेकुम सलाम। मलिक साहब, ये 3 साल के डिग्री लीव वाले जो ट्रैवल करते हैं, इनको आने जाने में कोई एयरपोर्ट तो कोई प्रॉब्लम होती है, कोई आपका केस तो नहीं कोई ऐसा? दूसरा ये पूछना था, ये जो 2.5 साल की सर मिलती है, इसकी एक्सटेंशन के वक्त कोई B11 या कुछ लाइसेंस यूके तो नहीं करना पड़ता या 10 साल के बाद करना पड़ता है? जी आपकी कॉल का शुक्रिया। पहली बात, जो डिस्कशन लीव के ऊपर है बिल्कुल ट्रैवल कर सकते हैं, इनकी ट्रैवल के ऊपर किसी किस्म की कोई परेशानी नहीं है, ट्रैवल करके आ जा सकते हैं। दूसरी बात यह कि किसी एक्सटेंशन के वक्त किसी इंग्लिश टेस्ट या लाइफ के टेस्ट की जरूरत नहीं है। अलबत्ता जब 10 साल पूरे करेंगे उस वक्त देखेंगे कानून क्या कहता है। इस वक्त अगर किसी ने डिस्कशन लीव पहले उनको 3 साल का स्टे मिलता था, फिर 3 साल का और मिलता था, 6 साल बाद अप्लाई कर सकते थे। अगर वो 6 साल के रूट के ऊपर है, वो अगर इंडेफिनिट स्टे के लिए अप्लाई करना चाहें तो उन्हें लाइफ यूके टेस्ट या इंग्लिश टेस्ट की जरूरत नहीं है। कॉल का शुक्रिया। बढ़िया नेक्स्ट कॉलर वाल जी। हेलो जी। हेलो मलिक साहब, मैंने पूछना था, मेरे पास असाइलम स्टेटस है और मैं पहले स्टूडेंट डिपेंडेंट वीजे पे थी, तो अब मेरा कोई गैप नहीं आया था। मैंने पहले ही, जैसे मेरा वीजा फिनिश होने वाला था तो मैंने पहले ही असाइलम अपनी कर दी थी 28 दिन पहले। अब मेरा सवाल है कि अब मेरे 10 साल जुलाई में पूरे हो रहे हैं, तो मैंने 2-3 वकीलों से मशवरा लिया तो वो कहता है कि नहीं, तुम्हारा जो पुराना स्टेटस है वो कैंसिल हो गया था और उन्होंने तब आपको असाइलम दिए। तो मैंने पूछना था कि मैं अपने 10 साल के बेस पे अपना वो कर सकती हूँ स्टेटस कन्वर्ट, और मेरा दूसरा क्वेश्चन ये है कि अगर मेरा स्टेटस कन्वर्ट हो गया तो मैं अपनी कंट्री ट्रेवल कर सकती हूँ उसके बाद, क्योंकि फिर तो मेरा 10 साल के बेस पे हो जाएगा, मुझे ब्रिटिश पासपोर्ट का इंतजार करना पड़ेगा कि नहीं मैं जा सकती हूँ अपनी कंट्री? जी आपकी कॉल का शुक्रिया। पहली बात यह है कि हाँ, जो ही आपको 10 साल पूरे हो जाए उससे 1 महीना पहले अगर आप चाहें आप इंडेफिनिट स्टे के लिए अप्लाई कर सकती हैं। लॉन्ग रेजिडेंसी की बुनियाद पे आपको इंग्लिश टेस्ट और लाइफ यूके टेस्ट पास करना पड़ेगा। अगर आप चाहें तो आप सेम डे भी जाकर ये इंडेफिनिट स्टे ले सकती हैं। इसका असाइलम से कोई ताल्लुक नहीं, वो सिर्फ रेजिडेंसी आपकी देखती हैं, आपकी किसी भी कैटेगरी में रेजिडेंसी हो, 10 साल पूरे हो जाए तो आप अप्लाई कर सकती हैं। दूसरी बात यह कि जिस दिन आपको इंडेफिनिट स्टे मिलता है वो आपको सेम डे भी मिल सकता है। दूसरे दिन अगर आप चाहें तो अपने कंट्री में आप ट्रैवल कर सकती हैं, आपको 1 साल वेट करने की कोई जरूरत नहीं है। कॉल का शुक्रिया। बढ़िया नेक्स्ट कॉलर वाल जी। हेलो जी। सत श्री अकाल मलिक साहब। जी सत श्री अकाल। हाँ जी मलिक साहब, मैं पूछना ਸੀਗਾ, ਜਿੱਦਾਂ ਮੈਂ ਲਾਸਟ ਵੀਕ ਵੀ ਪੁੱਛਿਆ ਸੀਗਾ ਵੀ ਜਿੱਦਾਂ ਸਾਨੂੰ ਉਹਨਾਂ ਨੇ ਸਾਨੂੰ ਪੌਣੇ 4 ਸਾਲ ਹੋ ਗਏ ਇੱਥੇ ਰਹਿੰਦੇ ਨੇ, ਬੱਚੇ ਪੜ੍ਹਦੇ ਨੇ, ਠੀਕ, ਤੇ ਸਾਨੂੰ ਹੋਮ ਆਫਿਸ ਨੇ ਅਪੀਲ ਦਾ ਰਾਈਟ ਨਹੀਂ, ਇਨਸਾਈਡ ਨਹੀਂ ਦਿੱਤਾ, ਕਹਿੰਦੇ ਸੀ ਆਊਟ ਆਫ ਕੰਟਰੀ ਜਾ ਕੇ ਅਪੀਲ ਕਰੋ।
ਪਰ ਸਾਡੇ ਵਕੀਲ ਨੇ ਅਪੀਲ ਕਰ ਦਿੱਤੀ ਤਾਂ ਤੁਸੀਂ ਲਾਸਟ ਟਾਈਮ ਮੈਨੂੰ ਦੱਸਿਆ ਸੀਗਾ ਕਿ ਉਹਨੇ 140 ਪਾਉਂਡ ਲੈਣੇ ਸੀਗੇ ਤੇ ਮੈਂ ਆਪਣੇ ਵਕੀਲ ਨੂੰ ਪੁੱਛਿਆ ਸੀ, ਉਹ ਕਹਿੰਦੇ ਸੀ ਵੀ 4 ਤੋਂ 6 ਹਫ਼ਤੇ ਦੇ ਵਿੱਚ ਤੁਹਾਨੂੰ ਲੈਟਰ ਆਊਗੀ 140 ਪਾਉਂਡ ਦੀ ਤੇ ਫਿਰ ਤੁਸੀਂ ਪੇ ਕਰਨੀ ਆ। ਜੀ ਤੁਹਾਡੀ ਗੱਲ ਦਾ ਸ਼ੁਕਰੀਆ ਵਕੀਲ, ਤੁਹਾਨੂੰ ਗਲਤ ਗਾਈਡ ਕੀਤਾ। ਉਸ ਦੇ ਵਿੱਚ ਜਦੋਂ ਐਪਲੀਕੇਸ਼ਨ ਫਾਰਮ ਪੂਰ ਕਰੋ ਨਾ, ਉਹ ਪਹਿਲੇ ਵਰਕੇ ਤੇ ਲਿਖਿਆ, ਦੂਸਰੇ ਵਰਕੇ ਤੇ ਲਿਖਿਆ ਕਿ ਫੀ ਦੇ ਬਾਰੇ ਕਿ ਤੁਸੀਂ ਫੀ ਕਿਸ ਤਰ੍ਹਾਂ ਪੇ ਕਰਨੀ ਹੋ, ਕ੍ਰੈਡਿਟ ਕਾਰਡ ਦੀ ਡਿਟੇਲ ਦਿਓ, ਉਹ ਨਾਲ ਪੇ ਕਰਨੀ ਸੀ। ਤਾਂ ਬਹਰਹਾਲ ਇੱਕ ਰੂਲ ਹੈ ਕਿ ਅਗਰ ਕੋਈ ਬੰਦਾ ਕਿਸੇ ਵਜ੍ਹਾ ਦੇ ਨਾਲ ਫੀ ਨਾਲ ਪੇ ਭੁੱਲ ਗਿਆ ਜਾਂ ਕੋਈ ਕ੍ਰੈਡਿਟ ਕਾਰਡ ਦੀ ਡਿਟੇਲ ਸਹੀ ਨਹੀਂ ਸੀ ਜਾਂ ਕੋਈ ਹੋਰ ਵਜ੍ਹਾ ਹੋ ਗਈ, ਉਹ ਤੁਹਾਨੂੰ ਇੱਕ ਰਿਮਾਈਂਡਰ ਜ਼ਰੂਰ ਭੇਜਦੇ ਨੇ, ਲੇਕਿਨ ਚੈੱਕ ਕਰ ਲਿਓ ਕਿ ਇਹ ਫੀ ਤੁਹਾਡੀ ਪਹਿਲੇ ਕਿਉਂ ਨਹੀਂ ਗਈ, ਇਹ ਪਹਿਲੇ ਜਾਣੀ ਚਾਹੀਦੀ ਸੀ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਅਜੇ ਮੈਂ ਤੁਹਾਡੇ ਨਾਲ ਮਸਲਾ ਅੱਗੇ ਵੀ ਗੱਲ ਕੀਤੀ ਹੈ ਬੱਚਿਆਂ ਦੀ ਬੇਸ ਦੇ ਉੱਪਰ ਜਿਹੜਾ ਅਪਲਾਈ ਕੀਤਾ ਸੀ, ਸਾਡਾ ਜੁਡੀਸ਼ੀਅਲ ਰਿਵਿਊ ਉਹਨਾਂ ਨੇ ਰਿਫਿਊਜ਼ ਕਰਤਾ ਰਾਈਟ। ਸਾਨੂੰ ਉਹ ਕਹਿੰਦੇ ਵੀ 600 ਕਿੰਨੇ ਪਾਉਂਡ ਪੇ ਕਰਨੇ ਤੁਸੀਂ ਕੋਰਟ ਫੀਸ ਰਾਈਟ। ਨਾਲ ਹੀ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਔਰਲ ਹੇਅਰ ਵਾਸਤੇ ਪਰਮਿਸ਼ਨ ਵੀ ਸਾਨੂੰ ਦੇ ਸੀ, ਤੁਸੀਂ ਕਰ ਸਕਦੇ ਆ ਔਰਲ ਹੇਅਰ ਵਾਸਤੇ ਨਾ, ਤੇ ਫਿਰ ਹੁਣ ਅਸੀਂ ਔਰਲ ਹੇਅਰ ਵਾਸਤੇ ਅਸੀਂ ਉਹਨਾਂ ਨੂੰ ਪਰਮਿਸ਼ਨ ਮੰਗੀ ਹੈਗੀ ਹੈ, ਸਾਨੂੰ ਦਿਓ ਪਰਮਿਸ਼ਨ। ਅਗਰ ਉਹ ਪਰਮਿਸ਼ਨ ਰਿਫਿਊਜ਼ ਕਰਦੇ ਆ ਤੇ ਫਿਰ ਸਾਨੂੰ ਉਹ ਕੋਰਟ ਫੀਸ ਫਿਰ ਸਾਨੂੰ ਦੁਬਾਰਾ ਪਾਉਣੀ, ਉਹਦੀ ਵੀ ਕੀ ਹੋਊਗਾ ਚੱਕਰ ਜੀ? ਨਹੀਂ, ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਤੁਹਾਨੂੰ ਪਰਮਿਸ਼ਨ ਡੈਫੀਨੇਟਲੀ ਮਿਲ ਜਾਊਗੀ, ਕਿਉਂਕਿ ਪਹਿਲੀ ਜਿਹੜੀ ਐਪਲੀਕੇਸ਼ਨ ਤੁਹਾਡੀ ਸੀ ਉਹ ਪੇਪਰ ਤੇ ਉਹਨੇ ਰਿਫਿਊਜ਼ ਕਰ ਦਿੱਤੀ ਹੈ ਕਿ ਤੁਹਾਨੂੰ ਅਸੀਂ ਸਮਝਣਾ ਤੁਹਾਡਾ ਕਿ ਸਟਰੋਂਗ ਹੈ, ਤੁਹਾਨੂੰ ਕੋਈ ਐਪਲੀਕੇਸ਼ਨ ਤੁਹਾਡੀ ਡਿਸਮਿਸ ਕੀਤੀ ਹੈ। ਲੇਕਿਨ ਹੁਣ ਜੋ ਜਿਹੜੀ ਤੁਸੀਂ ਫੀ ਭਰ ਕੇ ਤੇ ਦੁਬਾਰਾ ਐਪਲੀਕੇਸ਼ਨ ਪਾਉਣਾ ਚਾਹੁੰਦੇ ਹੋ, ਇਸ ਦੇ ਵਿੱਚ ਤੁਹਾਨੂੰ ਡੈਫੀਨੇਟਲੀ ਹੀਅਰਿੰਗ ਡੇਟ ਦੇਣਗੇ। ਇਸੇ ਦੇ ਵਾਸਤੇ ਹੈ ਕਿ ਤੁਹਾਡੇ ਪੈਸੇ ਲੈ ਕੇ ਤੁਹਾਨੂੰ ਹੀਅਰਿੰਗ ਡੇਟ ਲੱਭੂਗੀ, ਤਾਂ ਇਹ ਡੈਫੀਨੇਟਲੀ ਤੁਹਾਨੂੰ ਹੀਅਰਿੰਗ ਡੇਟ ਮਿਲ ਜਾਏਗੀ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਹੈਲੋ ਜੀ। ਹੈਲੋ ਜੀ, ਤੁਸੀਂ ਗੱਲ ਕਰੋ ਜੀ। ਹਾਂਜੀ ਸਰ, ਮੈਂ ਤੁਹਾਡੇ ਕੋਲ 2 ਕੁਐਸਚਨ ਪੁੱਛਣੇ ਜੀ। ਇੱਕ ਤਾਂ ਮੇਰੇ ਕੋਲ ਯੂਰਪੀਅਨ ਪਾਸਪੋਰਟ ਆ ਤੇ ਮੇਰੇ ਲੋਕਾਂ ਤੋਂ ਪਹਿਲਾਂ ਵੀ ਆ ਕੇ ਯੂਕੇ ਸੈੱਟ ਹੋ ਜਾਂਦੇ ਆ, ਪਰ ਮੇਰਾ ਜੇ ਦੂਸਰਾ ਜ਼ਿਲ੍ਹਾ ਨਹੀਂ ਲੱਗਦਾ ਤਾਂ ਉਹ ਬਾਅਦ ਵਿੱਚ ਆ ਸਕਦੇ ਆ। ਜੇ ਮੰਨ ਲਓ ਵੋਟਾਂ ਤੋਂ ਬਾਅਦ ਮਤਲਬ ਯੂਨੀਅਨ ਚਲ ਜਾਂਦਾ ਤਾਂ। ਤੁਸੀਂ ਕਿੱਥੋਂ ਬੋਲ ਰਹੇ ਹੋ? ਠੀਕ ਹੈ ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਅਗਰ ਫਰਜ਼ ਕਰੋ ਇਹ ਫੈਸਲਾ ਵੀ ਹੋ ਜਾਂਦਾ ਹੈ ਕਿ ਯੂਕੇ ਯੂਰਪ ਦੇ ਵਿੱਚ ਨਹੀਂ ਰਹਿੰਦਾ ਤੇ ਫੌਰੀ ਤੌਰ 'ਤੇ ਇਸ ਤਰ੍ਹਾਂ ਨਹੀਂ ਹੋਏਗਾ ਕਿ ਉਹ ਤੁਹਾਨੂੰ ਦੂਸਰੇ ਦਿਨ ਕਹਿ ਦੇਣ ਜੀ ਤੁਸੀਂ ਅਲਾਉਡ ਨਹੀਂ ਹੋ ਕੰਮ ਕਰਨੇ ਕਿ। ਇਸ ਦੇ ਵਿੱਚ ਕਾਨੂੰਨ ਬਣੇਗਾ, ਪਾਰਲੀਮੈਂਟ ਤੇ ਜਾਏਗਾ, ਉਸ ਤੇ ਬਹਿਸ ਹੋਏਗੀ, ਉਸ ਤੋਂ ਪਾਸ ਹੋਏਗਾ। ਉਹ ਕਾਫੀ ਸਾਰੇ ਨੇ, ਪਹਿਲਾਂ ਉਸ ਤੇ ਪਹਿਲਾ ਕਾਨੂੰਨ ਬਣੇਗਾ, ਉਸ ਤੇ ਲੋਕਾਂ ਕੋਲੋਂ ਰਾਏ ਮੰਗਣਗੇ, ਵਕੀਲਾਂ ਕੋਲੋਂ, ਬਾਕੀ ਲੋਕਾਂ ਕੋਲੋਂ। ਉਸ ਤੋਂ ਬਾਅਦ ਫਿਰ ਫਸਟ ਜਿਹੜਾ ਇੱਥੇ ਪਾਰਲੀਮੈਂਟ ਹੈ ਹਾਊਸ ਆਫ ਕਾਮਨ ਜਾਏਗਾ, ਫਿਰ ਹਾਊਸ ਆਫ ਲਾਰਡ ਜਾਏਗਾ, ਫਿਰ ਕੁਈਨ ਸਾਈਨ ਕਰੇਗੀ। ਇਸ ਦੇ ਵਿੱਚ ਕਾਫੀ ਅਰਸਾ ਲੰਬਾ ਲੱਗ ਜਾਏਗਾ। ਤੇ ਉਸ ਦੌਰਾਨ ਤੁਸੀਂ ਅਗਰ ਚਾਹਨਾ ਇੱਥੇ ਯੂਕੇ ਦਾ ਆਣਾ ਚਾਹੋ ਤਾਂ ਆ ਸਕੋਗੇ, ਤੁਹਾਨੂੰ ਇਸ ਲਈ ਵਰੀ ਕਰਨੇ ਦੀ ਕੋਈ ਲੋੜ ਨਹੀਂ ਹੈ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਹੈਲੋ ਜੀ, ਮਲਿਕ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਅੱਛਾ ਮਲਿਕ ਸਾਹਿਬ ਜੀ, ਮੈਂ 2 ਕੁਐਸਚਨ ਮੇਰੇ ਕੋਲ ਹੈਗੇ ਬੜੇ ਇੰਪੋਰਟੈਂਟ ਮੇਰੇ ਵਾਸਤੇ ਹੈਗੇ। ਸਾਡੀ ਬੱਚੀ ਅਸੀਂ ਅੰਗੇਜ ਕੀਤੀ ਹੈਗੀ ਇੰਡੀਆ ਤੇ, ਠੀਕ ਹੈ, ਤੇ ਉਹਦਾ ਜਨਮ ਸਰਟੀਫਿਕੇਟ ਦੇ ਉੱਤੇ ਲਿਖਿਆ ਸਰ ਨੇਮ ਨਹੀਂ ਲਿਖਿਆ, ਸਿਰਫ ਫਸਟ ਨੇਮ ਲਿਖਿਆ ਹੈਗਾ ਵੇ ਬੱਚੀ ਦਾ। ਤੇ ਜੇ ਅਗਰ ਅਸੀਂ ਅਪਲਾਈ ਕਰੀਏ ਉਹਦੇ ਪਾਸਪੋਰਟ ਤੇ ਜੇ ਅਗਰ ਉੱਥੇ ਕੋਈ ਪ੍ਰੋਬਲਮ ਤਾਂ ਨਹੀਂ ਹੋ ਸਕਦੀ? ਉਹ ਕਹਿ ਨਹੀਂ ਸਕਦੇ ਸਰ ਨੇਮ ਤੁਸੀਂ ਕਿਉਂ ਨਹੀਂ ਲਿਖਾਇਆ ਹੈਗਾ? ਇੱਥੇ ਜਦੋਂ ਆਊਗੀ ਉਹਦੀ ਪ੍ਰੋਬਲਮ ਤਾਂ ਨਹੀਂ ਹੋਵੇਗੀ? ਨਹੀਂ, ਅਪਲਾਈ ਤੁਹਾਡੀ ਬੱਚੀ ਕਿੱਥੇ ਹੈ? ਬੱਚੀ ਇੰਡੀਆ ਦੇ ਵਿੱਚ ਹੀ ਹੈ ਜੀ। ਉਸਦਾ ਪਾਸਪੋਰਟ ਬਣता है? ਹਰੇ ਪਾਸਪੋਰਟ ਬਣਾਣਾ ਹੈਗਾ। ਤੇ ਹੁਣ ਕਿ ਬਰਥ ਸਰਟੀਫਿਕੇਟ ਤੇ ਨਾ ਸਿਰਫ ਫਸਟ ਨੇਮ ਲਿਖਿਆ, ਸਰ ਨੇਮ ਨਹੀਂ ਲਿਖਿਆ ਹੈਗਾ। ਠੀਕ ਹੈ ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਕੋਈ ਪ੍ਰੋਬਲਮ ਨਹੀਂ ਹੋਏਗੀ। ਆਮ ਤੌਰ ਪਰ ਲੋਕ ਬਾਜ਼ ਵਕਤ ਨਹੀਂ ਵੀ ਲਿਖਦੇ ਨੇ ਸਰ ਨੇਮ, ਤੇ ਅਗਰ ਤੁਹਾਡਾ ਜਿਹੜਾ ਪਾਸਪੋਰਟ ਹੈ ਉਸ ਤੇ ਤੁਸੀਂ ਸਰ ਨੇਮ ਲਿਖਵਾ ਦਿੰਦੇ ਹੋ ਤਾਂ ਉਹ ਚੱਲ ਜਾਊਗਾ, ਕੋਈ ਪ੍ਰੋਬਲਮ ਨਹੀਂ ਹੋਏਗੀ। ਬੱਚੀ ਸਿਰਫ ਇੱਕ ਹੋਰ ਮਲਿਕ ਸਾਹਿਬ ਜੀ ਹੋਏਗਾ ਕਿ ਉਹ ਬੱਚੀ ਜਦੋਂ ਇੱਥੇ ਆ ਜਾਏਗੀ ਤੇ ਉਹਨੂੰ ਰੈਜ਼ੀਡੈਂਟ ਪਰਮਾਨੈਂਟ ਸਟੇ ਕਿੰਨੇ ਸਾਲਾਂ ਦੇ ਵਿੱਚ ਮਿਲ ਜਾਏਗੀ? ਮੈਰਿਜ ਦੇ ਤੌਰ ਤੇ ਆਣਾ ਉਹਨਾਂ ਨੇ? ਉਹ ਵਿਆਹ ਕਰਕੇ ਆਪਣੇ ਹਸਬੈਂਡ ਨਾਲ ਆਏਗੀ। ਹਾਂਜੀ ਹਾਂਜੀ, ਮੈਰਿਜ ਤੌਰ ਤੇ। ਠੀਕ ਹੈ ਜੀ। ਇਸ ਦੇ ਵਿੱਚ ਸ਼ੁਰੂ ਦੇ ਵਿੱਚ 2.5 ਸਾਲ ਦਾ ਸਟੇ ਮਿਲੇਗਾ। ਜਦੋਂ ਇੱਥੇ 2.5 ਸਾਲ ਪੂਰੇ ਕਰ ਲਿੱਤਨ ਫਿਰ ਹੋਰ ਇੱਕ 2.5 ਸਾਲ ਦਾ ਵੀਜ਼ਾ ਅਪਲਾਈ ਕਰਨਾ ਪਏਗਾ ਯੂਕੇ ਦੇ ਵਿੱਚੋਂ। ਜਦੋਂ 5 ਸਾਲ ਯੂਕੇ ਦੇ ਪੂਰੇ ਕਰ ਲੇਗੀ ਫਿਰ ਉਹ ਪਰਮਾਨੈਂਟ ਸੈਟਲਮੈਂਟ ਦੇ ਵਾਸਤੇ ਐਪਲੀਕੇਸ਼ਨ ਪਾ ਸਕੇਗੀ। ਤੁਹਾਡੀ ਕਾਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਮਲਿਕ ਸਾਹਿਬ ਜੀ, ਜਿੱਦਾਂ 7 ਈਅਰ ਦੇ ਵੇਸਟ ਕੇਸ ਲਾਇਆ ਸੀ, ਜਿੱਦਾਂ ਉਹਦੀ ਫੀਸ ਵੀ ਕੱਢ ਲਈ ਆ, ਠੀਕ, ਤਾਂ ਹੁਣ ਜਿਹੜਾ ਉਹਨਾਂ ਦੇ ਜਿੱਦਾਂ ਅਸੀਂ 4 ਜਣੇ ਆ, ਚੌਹਾਂ ਦੇ ਨਾਂ ਤੇ ਕੱਲੇ ਦਾ ਲੈਟਰ ਆਉਂਦਾ ਹੁੰਦਾ, ਫਿਰ ਉਹਨੇ ਚੌਹਾਂ ਦੇ ਨਾਂ ਤੇ ਕੱਲਾ ਲੈਟਰ ਭੇਜਿਆ ਵੀ ਤੁਹਾਡੀ ਐਪਲੀਕੇਸ਼ਨ ਲੱਗ ਗਈ, ਸਾਡੇ ਕੋਲ ਆ ਗਈ। ਠੀਕ ਹੈ ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਉਹ ਅਲੱਗ-ਅਲੱਗ ਤੁਹਾਨੂੰ ਲੈਟਰ ਆਉਂਦਾ ਹੈ ਕਿਉਂਕਿ ਉਹ ਫੀ ਵੀ ਤੁਹਾਡੇ ਕੋਲ ਅਲੱਗ-ਅਲੱਗ ਲੈਂਦੇ ਨੇ। ਹਾਂਜੀ, ਨਹੀਂ, ਅਲੱਗ-ਅਲੱਗ ਫੀਸ ਵੀ ਅਲੱਗ-ਅਲੱਗ ਲਈ ਹੈ ਤੇ 4 ਦਾ ਚੌਹਾਂ ਦਾ ਲੈਟਰ ਆਇਆ, ਚੌਹਾਂ ਦੇ ਨਾਂ ਆਇਆ। ਤਾਂ ਜਿੱਦਾਂ ਬਾਕੀ ਉਹ ਬਾਇਓਮੈਟ੍ਰਿਕ ਕਿਤਨੀ ਦੇਰ ਨੂੰ ਹੁੰਦੇ ਆ ਜੀ? ਬਾਇਓਮੈਟ੍ਰਿਕ ਸਾਡੇ ਕੋਈ 3-4 ਵੀਕ ਚ ਉਹ ਚਿੱਠੀ ਵੀ ਆ ਜਾਊਗੀ। ਉਸ ਤੋਂ ਬਾਅਦ 3-4 ਮਹੀਨੇ ਲੱਗਣਗੇ ਤੁਹਾਡੇ ਕੇਸ ਦਾ ਫੈਸਲਾ ਹੋਣੇ। ਬਾਇਓਮੈਟ੍ਰਿਕ 3-4 ਮਹੀਨੇ ਵੀਕ ਚ ਆ ਜਾਣਾ ਚਾਹੀਦਾ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਮਲਿਕ ਸਾਹਿਬ। ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ ਜੀ। ਤੇ ਅਸੀਂ ਲਾਸਟ ਈਅਰ ਜਿੱਦਾਂ ਬ੍ਰਿਟਿਸ਼ ਨੈਸ਼ਨਲ ਸੀਗੇ, ਉਹਨਾਂ ਨਾਲ ਮੈਂ ਵਿਆਹ ਕੀਤਾ ਸੀਗਾ ਲਾਸਟ ਈਅਰ ਜੁਲਾਈ 'ਚ। ਠੀਕ ਹੈ। ਤੇ 1 ਸਾਲ ਹੋ ਗਿਆ ਜਿੱਦਾਂ ਮੈਂ ਸਾਈਨ ਕਰਨ ਵੀ ਜਾ ਰਿਹਾ। ਮੈਂ ਪਹਿਲਾਂ ਉਹਨਾਂ ਨੇ ਇਮੀਗ੍ਰੇਸ਼ਨ ਚੈੱਕ ਕਰ ਲਿਆ ਸੀ। ਠੀਕ। ਤੇ ਹੁਣ ਜਿੱਦਾਂ ਸਾਡੇ ਬੇਬੀ ਵੀ ਹੋਣ ਵਾਲਾ ਅਕਤੂਬਰ ਤੇ ਹੁਣ ਸਾਨੂੰ ਕਿੰਨਾ ਕਰਨਾ ਚਾਹੀਦਾ? ਕੋਈ ਫਾਈਲ ਲਾ ਦੇਣੀ ਚਾਹੀਦੀ ਜਾਂ ਐਪਲੀਕੇਸ਼ਨ ਕੋਈ ਨਹੀਂ ਲਾਈ ਇਸ ਤੇਰੇ ਤੱਕ? ਨਹੀਂ, ਹਜੇ ਤੱਕ ਨਹੀਂ ਲਾਈ ਜੀ। ਤੁਹਾਡੀ ਗੱਲ ਦਾ ਸ਼ੁਕਰੀਆ। ਐਪਲੀਕੇਸ਼ਨ ਪਹਿਲੇ ਲਾ ਦੇਣੀ ਚਾਹੀਦੀ ਸੀ, ਲੇਕਿਨ ਹੁਣ ਵੀ ਅਗਰ ਲਾਣਾ ਚਾਹੋ ਤਾਂ ਲਾ ਸਕਦੇ ਹੋ। ਤੇ ਆਪਣੇ ਸਟੇਟ ਨੂੰ ਅਗਰ ਰੈਗੂਲਰਾਈਜ਼ ਨਹੀਂ ਰੱਖੋਗੇ ਤੇ ਫਿਰ ਇਮੀਗ੍ਰੇਸ਼ਨ ਵਾਲੇ ਐਨੀ ਟਾਈਮ ਤੁਹਾਨੂੰ ਪ੍ਰੋਬਲਮ ਖੜੀ ਕਰਨਗੇ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰਵਾਲ ਜੀ। ਹੈਲੋ ਜੀ। ਮਲਿਕ ਸਾਹਿਬ ਨਾਲ ਗੱਲ ਕਰ ਜੀ, ਬਿਲਕੁਲ ਗੱਲ ਕਰੋ ਜੀ, ਤੁਸੀਂ ਆਨੇ ਰਹੇ ਹੋ। ਹੈਲੋ ਮਲਿਕ ਸਾਹਿਬ ਜੀ। ਜੀ ਮਲਿਕ ਸਾਹਿਬ, ਮੈਂ ਪੁੱਛਣਾ ਸੀ ਤੁਹਾਨੂੰ, ਮੈਂ ਨੈਸ਼ਨੈਲਿਟੀ ਅਪਲਾਈ ਕੀਤੀ ਸੀ, ਉਹਨਾਂ ਨੇ ਰਿਫਿਊਜ਼ ਕਰਤੀ। ਠੀਕ। ਹੈਲੋ ਜੀ ਜੀ, ਗੱਲ ਕਰੋ। ਉਹਨਾਂ ਨੈਸ਼ਨੈਲਿਟੀ ਅਪਲਾਈ ਕੀਤੀ ਸੀ, ਉਹਨਾਂ ਨੇ ਰਿਫਿਊਜ਼ ਕਰਤੀ। ਤੇ ਉਹ ਮਲਿਕ ਸਾਹਿਬ ਹੁਣ ਮੇਰਾ ਇੰਡੀਅਨ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਤੇ ਮੈਂ ਨਵਾਂ ਬਣਾਇਆ, ਤੇ ਉਹਦੇ ਉੱਤੇ ਸਟਿੱਕਰ ਜਿਹੜਾ ਲੱਗਾ ਉਹ 2011 ਦਾ ਲੱਗਾ। ਤਾਂ ਹੁਣ ਮੈਂ ਇੰਡੀਆ ਜਾਣਾ, ਕਿ ਮੈਨੂੰ ਕਾਰਡ ਦੀ ਜ਼ਰੂਰਤ ਹੈ ਜਾਂ ਮੈਂ ਉਹਦੇ ਉੱਤੇ ਟਰੈਵਲ ਕਰ ਸਕਦਾ? ਤੁਹਾਡਾ ਪਾਸਪੋਰਟ ਅਜੇ ਵੈਲਿਡ ਹੈ? ਤੁਹਾਡਾ ਪਾਸਪੋਰਟ ਵੈਲਿਡ ਹੈ ਕਿ ਐਕਸਪਾਇਰ ਹੋ ਗਿਆ? ਨਹੀਂ, ਪਾਸਪੋਰਟ ਐਕਸਪਾਇਰ ਹੋ ਗਿਆ, ਨਵਾਂ ਬਣ ਗਿਆ। ਠੀਕ ਹੈ ਜੀ, ਤੁਹਾਡੀ ਕੱਲ ਦਾ ਸ਼ੁਕਰੀਆ। ਤੁਸੀਂ ਅਗਰ ਐਮਰਜੈਂਸੀ ਦੇ ਵਿੱਚ ਇੰਡੀਆ ਜਾਣਾ ਹੈ, ਫਿਰ ਇੱਕ ਵਾਰੀ ਤੇ ਪੁਰਾਣੇ ਪਾਸਪੋਰਟ ਕੇ ਨਏ ਪਾਸਪੋਰਟ ਨਾਲ ਸਟੈਪਲ ਕਰਕੇ ਤੇ ਟਰੈਵਲ ਕਰ ਸਕਦੇ ਹੋ ਕੋਈ ਇੱਕ ਵਾਰੀ ਐਮਰਜੈਂਸੀ ਦੇ ਵਾਸਤੇ। ਲੇਕਿਨ ਉਸਦਾ ਪ੍ਰੋਪਰ ਤਰੀਕਾ ਇਹ ਹੋਏਗਾ ਫਿਊਚਰ ਦੇ ਵਾਸਤੇ ਕਿ ਤੁਸੀਂ ਬਾਇਓਮੈਟ੍ਰਿਕਸ ਕਾਰਡ ਬਣਾ ਦਿਓ। ਪਹਿਲੇ ਸਟਿੱਕਰ ਲਾਣੇ ਸਨ, ਉਹ ਖਤਮ ਹੋ ਗਿਆ, ਹੁਣ ਬਾਇਓਮੈਟ੍ਰਿਕਸ ਕਾਰਡ ਤੁਹਾਨੂੰ 10 ਸਾਲ ਵਾਸਤੇ ਬਣਾ ਕੇ ਦੇ ਦੇਣਗੇ। ਉਹ ਤੁਸੀਂ ਅਗਰ ਮੇਲ ਦੇ ਵਿੱਚ ਅਪਲਾਈ ਕਰੋਗੇ, ਡਾਕ ਤੇ ਅਪਲਾਈ ਕਰੋਗੇ, ਤੁਹਾਨੂੰ 3-4 ਮਹੀਨੇ ਲੱਗ ਜਾਣਗੇ। ਅਗਰ ਸੇਮ ਡੇ ਲੈਣਾ ਚਾਹੋ, ਤੁਹਾਡੇ ਕੋਲ ਫੀਸ ਜ਼ਿਆਦਾ ਲੈਣਗੇ, ਉਹ ਸੇਮ ਡੇ ਵੀ ਤੁਹਾਨੂੰ ਦੇ ਦੇਣਗੇ। ਕੱਲ ਦਾ ਸ਼ੁਕਰੀਆ। ਵਧਦੇ ਅਗਲੇ ਕਾਲਰਵਾਲ ਜੀ। ਹੈਲੋ ਜੀ। ਮਲਿਕ ਸਾਹਿਬ, ਅਸੀਂ ਜਿਵੇਂ ਮੇਰੇ ਕੋਲੇ ਬ੍ਰਿਟਿਸ਼ ਪਾਸਪੋਰਟ ਹੈ, ਵਾਈਫ ਕੋਲੇ ਇੰਡੀਅਨ ਪਾਸਪੋਰਟ ਹੈ। ਠੀਕ ਹੈ। ਤੇ ਅਸੀਂ ਜੇ ਜਾਣਾ ਹੋਵੇ ਯੂਰਪ ਘੁੰਮਣ ਫਿਰਨ, ਉਹਨੂੰ ਵੀਜ਼ਾ ਲੈਣਾ ਪੈਣਾ ਕਿ ਨਾਲ ਦੇ ਜਾ ਸਕਦੀ ਹੋ? जी हाँ, आमतौर पर उसे वीजा लेना पैना। कोई एक आध कंट्री है जिसे शायद वीजा नहीं लेना पैना, लेकिन वो प्रॉब्लम ही होएगी तो उन्होंने वीजा लेना पैना है। वो किसी अगर एक कंट्री का वीजा ले लें तो शेंगन वीजा, तो फिर वो सारे कंट्री दे जा सकेंगे, लेकिन किसी कंट्री ने उन्हें वीजा जरूर लेना पैना। कल का शुक्रिया। वधिया नेक्स्ट कालरवाल जी। जी तुसी गल करो जी। हेलो जी। हाँ जी, सत श्री अकाल जी। सत श्री अकाल। हाँ जी सर जी, मैं सिस्टर बारे पुछना सीगा, उन्हें नैशनैलिटी अप्लाई की थी। ठीक है। ਤੇ ਨੈਸ਼ਨੈਲਿਟੀ ਮਿਲ ਗਈ ਹੈ ਉਹਨਾਂ ਨੂੰ, ਤੇ ਪਾਸਪੋਰਟ ਵੀ ਆ ਗਿਆ ਬ੍ਰਿਟਿਸ਼, ਬਟ ਉਹਨਾਂ ਨੇ ਉਹ ਜਿਹੜਾ ਬਾਇਓਮੈਟ੍ਰਿਕ ਕਾਰਡ ਇੰਡੈਫੀਨਿਟ ਵਾਲਾ ਉਹ ਵਾਪਸ ਭੇਜ ਦਿੱਤਾ ਸੀ। ਉਹਦਾ ਹੁਣ ਕੀ करना? जी उसमें कुछ भी नहीं करना, बस एक्सपायर हो गया, खत्म हो गया। इन्होंने ब्रिटिश पासपोर्ट मिल गया, ब्रिटिश पासपोर्ट आन जान ट्रैवल करन तकरीबन खत्म ही हो गया, उसकी उन्हें लोड नहीं पैनी है। तो कोल रख लेना अपने यादगार करके कि कदों मैनू स्टे भी लभ्या से अपने पासपोर्ट से। कल का शुक्रिया। वधिया नेक्स्ट कालरवाल जी। जी तुम गल करो जी। हेलो जी। जी सत श्री अकाल। जी सत श्री अकाल। मतलब मैं थोड़ा पूछना सीगा, मैंने 10 साल रहते हो गए, कोई बन सकता कोई केस लगता कोई? तो पहले कदे कोई केस अप्लाई किया? वो क्यों नहीं अप्लाई किया? जी ਤੁਹਾਡੀ ਕੱਲ ਦਾ ਸ਼ੁਕਰੀਆ। ਗਲਤੀ ਹੋ ਗਈ ਤੁਹਾਡੀ ਤੋਂ, ਅਗਰ ਪਹਿਲੇ ਅਪਲਾਈ ਕੀਤਾ ਹੋਣਾ ਤੁਹਾਡਾ ਬਹੁਤ ਪਹਿਲੇ ਸਟੇ ਹੋ ਗਿਆ ਹੋਣਾ ਸੀ। ਤੇ ਤੁਸੀਂ ਅਗਰ 10 ਸਾਲ ਹੋ ਗਏ ਤੇ ਹਿਊਮਨ ਰਾਈਟਸ ਦੇ ਤੁਸੀਂ ਅਗਰ ਐਪਲੀਕੇਸ਼ਨ ਲਾਣਾ ਚਾਹੋ ਤਾਂ ਤੁਸੀਂ ਲਾ ਸਕਦੇ ਹੋ। ਤੁਹਾਡੀ ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰਵਾਲ ਜੀ। ਹਾਂਜੀ ਮਲਿਕ ਸਾਹਿਬ ਦੀ ਬਾਤ ਜੀ। जी ਤੁਸੀਂ ਗੱਲ ਕਰੋ जी। ओके, अस्सलाम वालेकुम। जी वालेकुम सलाम। अच्छा सर जी, मेरे को पूछना वो सवाल कि मैंने ना सालम करा तकरीबन साल पहले ना, तो मुझे अगस्त में ना 10 साल हो जाएंगे और विद फैमिली 7 साल हो जाएंगे। ठीक है, मेरी अपील थी नेक्स्ट वीक, क्योंकि सालम रिफ्यूज हो गया था ना, जो अपील की डेट वो नेक्स्ट वीक थी। ठीक। मगर वो भी मुझे आज लेटर मिला कि आपकी अपील अगस्त में हो गई है, जो उन्होंने चेंज कर दिया डेट। ठीक। तो आप बता सकते क्या उन्होंने क्यों चेंज किए, क्या वजह? जी आपकी आपका शुक्रिया। कोई ना कोई प्रॉब्लम होगी। जैसे एक कोर्ट है उसमें तकरीबन 20 जजेस अगर बैठते हैं, जिस जज के पास आपकी अपील थी वो शायद छुट्टी के ऊपर चल गया हो, या उनके पास टाइम नहीं होगा, या किसी वजह से भी अड़जान होती रहती हैं। ये कोई नई बात नहीं है। चलो अच्छी बात है, आपको टाइम मिल गया कि आपके पास अब ज्यादा चांसेस हो जाएंगे 7 साल के बाद या 10 साल के बाद। कल का शुक्रिया। वधिया नेक्स्ट कालरवाल जी। हाँ जी मलिक साहब जी। ਮਲਿਕ ਸਾਹਿਬ ਇਹ ਜਿਹੜਾ 10 ਸਾਲਾਂ ਦੀ ਲੌਂਗ ਰੈਜ਼ੀਡੈਂਸ ਤੇ ਅਪਲਾਈ ਕਰਦੇ ਨੇ, ਇਹਦੇ ਤੇ ਇੱਕ ਕਿਸੇ ਨੂੰ ਤਾਂ ਅਪੀਲ ਦਾ ਰਾਈਟ ਦੇ ਦਿੰਦੇ ਨੇ ਤੇ ਕਿਸੇ ਨੂੰ ਦਿੰਦੇ ਨਹੀਂ। ਇਹਦਾ ਕੀ ਕਹਿਣਾ ਕਾਨੂੰਨ? ਇਹਦਾ ਅਪੀਲ ਦਾ ਰਾਈਟ ਹੁੰਦਾ ਕਿ ਨਹੀਂ ਹੁੰਦਾ? ਪਲੀਜ਼ ਮੈਨੂੰ ਦੱਸੋ। ਜੀ ਤੁਹਾਡੀ ਕੱਲ ਦਾ ਸ਼ੁਕਰੀਆ। ਇਸ ਦੇ ਵਿੱਚ ਰੂਲ ਤਾਂ ਇਹ ਕਹਿੰਦੇ ਨੇ ਕਿ
ਜਿਹੜੀ ਵੀ ਐਪਲੀਕੇਸ਼ਨ ਕੋਈ ਲਾਏ, ਅਗਰ ਉਸ ਦੇ ਤੁਸੀਂ ਹਿਊਮਨ ਰਾਈਟਸ ਸ਼ੁਰੂ ਕੀਤਾ ਹੈ, ਹਿਊਮਨ ਰਾਈਟਸ ਮੈਂਸ਼ਨ ਕੀਤਾ ਹੈ, ਤੁਹਾਨੂੰ ਅਪੀਲ ਦਾ ਰਾਈਟ ਮਿਲ ਜਾਣਾ ਚਾਹੀਦਾ ਇਨ ਕੰਟਰੀ ਅਪੀਲ ਰਾਈਟ। ਲੇਕਿਨ ਹੋਮ ਅਫਸਰ ਨੇ ਹੁਣ ਪਾਲਿਸੀ ਇਹ ਬਣਾਈ ਹੈ ਕਿ ਲੋਕਾਂ ਨੂੰ ਤੰਗ ਕਰਨ ਦੇ ਵਾਸਤੇ ਉਹਨਾਂ ਨੂੰ ਅਪੀਲ ਦਾ ਰਾਈਟ ਨਹੀਂ ਦਿੰਦੇ ਨੇ, ਬਲਕਿ ਐਪਲੀਕੇਸ਼ਨ ਰਿਫਿਊਜ਼ ਕਰਕੇ ਕਹਿੰਦੇ ਨੇ ਜੀ ਤੁਸੀਂ ਅਪੀਲ ਦਾ ਰਾਈਟ ਦੇਣੇ ਲੇਕਿਨ ਤੁਸੀਂ ਆਪਣੀ ਕੰਟਰੀ ਤੋਂ ਜਾ ਕੇ ਅਪਲਾਈ ਕਰੋ। ਇਹ ਉਹਨੇ ਇੱਕ ਨਵੀਂ ਟੈਕਨੀਕ ਸ਼ੁਰੂ ਕੀਤੀ ਹੈ ਤਾਂ ਕਿ ਲੋਕ ਪਹਿਲੇ ਹਾਈ ਕੋਰਟ ਜਾਂਦੇ ਸਨ, ਉਹ ਹਾਈ ਕੋਰਟ ਹੀ ਨਾ ਜਾਣ, ਕਿਉਂਕਿ ਹਾਈ ਕੋਰਟ ਜਗ੍ਹਾ ਤੁਸੀਂ ਜਾਂਦੇ ਸੀ ਉਹ ਜੁਡੀਸ਼ੀਅਲ ਰਿਵਿਊ ਦੇ ਵਾਸਤੇ, ਉਸ ਵਿੱਚ ਇੱਕ ਸ਼ਰਤ ਹੈ ਕਿ ਤੁਹਾਡੇ ਕੋਲ ਕੋਈ ਹੋਰ ਰੈਮੇਡੀ ਅਵੇਲੇਬਲ ਨਹੀਂ ਸੀ ਤੇ ਫਿਰ ਤੁਸੀਂ ਹਾਈ ਕੋਰਟ ਚ ਆਏ। ਇਮੀਗ੍ਰੇਸ਼ਨ ਵਾਲੇ ਅੱਜਕੱਲ ਉੱਥੇ ਜਾ ਕੇ ਇਹ ਪੁਆਇੰਟ ਉਠਾਣੇ ਕਿ ਇਨੀ ਕਿ ਅਸੀਂ ਰੈਮੇਡੀ ਦਿੱਤੀ ਐਸੀ ਕਿ ਜਾ ਕੇ ਆਪਣੀ ਕੰਟਰੀ ਤੋਂ ਅਪੀਲ ਕਰਨ, ਲਿਹਾਜ਼ਾ ਜੁਡੀਸ਼ੀਅਲ ਰਿਵਿਊ ਨਹੀਂ ਬਣਦਾ। ਤਾਂ ਬਾਹਰੋਂ ਟੈਕਨੀਕਲ ਲਿਹਾਜ਼ ਸਿੰਘ ਤੁਹਾਨੂੰ ਪ੍ਰੋਬਲਮ ਖੜੀ ਕਰਦੇ ਨੇ, ਤਾਂ ਇਸ ਦਾ ਹੱਲ ਲੱਭ ਰਹੇ ਹਾਂ 2-1 ਵੀਕ ਇਸੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸ ਦਿਆਂਗੇ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਹੈਲੋ ਜੀ ਮਲਿਕ ਸਾਹਿਬ, ਮੈਂ ਐਚਐਮ ਫੋਰਸਿਸ ਵਿੱਚ ਮੈਂ ਹੈਗਾ, ਮੇਰੀ ਫੈਮਿਲੀ ਮੇਰੇ ਬੇਟੀ ਦਾ ਵਾਈਫ ਦਾ ਵੀਜ਼ਾ ਹੋਮ ਆਫਿਸ ਨੇ ਰਿਫਿਊਜ਼ ਕਰਦਾ ਸੀ ਔਨ ਦਾ ਬੇਸਿਸ ਆਫ ਮੇਰੀ ਇਨਕਮ ਥ੍ਰੈਸ਼ਹੋਲਡ ਲੋ ਸੀਗੀ, ਤੇ ਬਾਅਦ ਵਿੱਚ ਉਹ ਫਿਰ ਉਹ ਥੋੜਾ ਅਪੀਲ ਚ ਗਏ ਤੇ ਉਹ ਫੋਰਸਿਸ ਵਾਲਿਆਂ ਨੇ ਕਰਕੇ ਤੇ ਉਹ ਹਿਊਮਨ ਬੇਸਿਸ ਤੇ 2.5 year ਦਾ ਵੀਜ਼ਾ ਦੇ ਦਿੱਤਾ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਹਾਡੇ ਸਰਕਮਸਟੈਂਸਿਸ ਨਹੀਂ ਚੇਂਜ ਹੁੰਦੇ ਤਾਂ ਕੰਟੀਨਿਊ 2.5 ਸਾਲ ਦਾ 4 ਵਾਰੀ 10 ਸਾਲ ਦੇ ਰੂਟ ਤੇ ਵੀਜ਼ਾ ਪਾ ਦਿੱਤਾ ਉਹਨਾਂ ਨੇ। ਠੀਕ। ਤੇ ਮੈਂ ਪੁੱਛਣਾ ਸੀ ਜਿੱਦਾਂ ਹੁਣ ਮੇਰੀ ਜਦੋਂ ਉਹਨਾਂ ਦਾ ਅਪਲਾਈ ਕੀਤਾ ਸੀ ਮੈਂ ਇੰਡੀਅਨ ਨੈਸ਼ਨਲ ਸੀਗਾ ਤੇ ਹੁਣ ਮੈਂ ਬ੍ਰਿਟਿਸ਼ ਨੈਸ਼ਨਲ ਹੋ ਗਿਆ, ਤੇ ਉਹਨਾਂ ਮੇਰੀ ਵਾਈਫ ਨੂੰ ਵੀ ਇੱਥੇ 6-7 ਸਾਲ ਹੋ ਗਏ, ਮੇਰੀ ਬੇਟੀ ਇੰਡੀਆ ਤੋਂ ਆਈ ਸੀਗੀ ਉਹਨਾਂ ਨੂੰ 4 ਸਾਲ ਹੋ ਗਏ, ਤੇ ਉਹ ਫਿਊਚਰ 'ਚ ਮੈਂ ਕਿਹੜੀ ਐਪਲੀਕੇਸ਼ਨ ਪਾ ਸਕਦਾ? ਮੇਰੀ ਵਾਈਫ ਨੈਸ਼ਨੈਲਿਟੀ ਲਈ ਜਾ ਸਕਦੀ ਹੈ ਜਾਂ ਉਹਨਾਂ ਨੂੰ ਇਸੇ ਰੂਟ ਤੇ ਰਹਿਣਾ ਪੈਣਾ ਕਿ ਮੈਨੂੰ ਜਿੱਦਾਂ ਮੈਂ ਨੈਸ਼ਨਲ ਹੋ ਗਿਆ ਇਨਕਮ ਥ੍ਰੈਸ਼ਹੋਲਡ ਸਟਿਲ ਉਹਨਾਂ ਦੇ ਕੇਸ ਤੇ ਲੱਗਣਾ ਹੈ? ਜੀ ਤੁਹਾਡੀ ਗੱਲ ਦਾ ਸ਼ੁਕਰੀਆ, ਸਟਿਲ ਥ੍ਰੈਸ਼ਹੋਲਡ ਲੱਗਣਾ ਹੈ, ਲੇਕਿਨ ਤੁਹਾਡੇ ਤੋਂ ਗਲਤੀ ਇਹ ਹੋ ਗਈ ਕਿ ਜਦੋਂ ਉਹਨਾਂ ਨੂੰ 2.5 ਸਾਲ ਦਾ ਸਟੇ ਮਿਲ ਗਿਆ ਸੀ, ਤੁਹਾਡੀ ਜਦ ਥ੍ਰੈਸ਼ਹੋਲਡ ਤੁਸੀਂ ਪੂਰਾ ਨਹੀਂ ਸੀ ਕਰ ਰਹੇ ਤਾਂ ਹਿਊਮਨ ਰਾਈਟਸ ਦੇ ਵਿੱਚ ਉਹਨਾਂ ਨੂੰ ਸਟੇ ਮਿਲ ਗਿਆ ਸੀ, ਇਸ ਦਾ ਮਤਲਬ ਸੀ ਕਿ ਉਹ 10 ਸਾਲ ਦੇ ਰੂਟ ਤੇ ਚੜ ਗਏ। ਉਸ ਤੋਂ ਬਾਅਦ ਅਗਰ ਤੁਹਾਡੀ ਇਨਕਮ 18,600 ਪੂਰੀ ਹੋ ਗਈ ਸੀ ਜਾਂ ਥ੍ਰੈਸ਼ਹੋਲਡ ਤੁਸੀਂ ਪੂਰੇ ਕਰ ਰਹੇ ਸੀ, ਫਿਰ ਤੁਸੀਂ ਵਾਪਸ 5 years ਰੂਟ ਤੇ ਨਿਊ ਐਪਲੀਕੇਸ਼ਨ ਦੇ ਕੇ ਆ ਸਕਦੇ ਸੀ। ਤੇ ਮੈਂ ਹੁਣ ਸਰਕਮਸਟੈਂਸਿਸ ਦਾ ਪਤਾ ਨਹੀਂ ਕਿ ਕੀ ਸਿਚੁਏਸ਼ਨ ਹੈ, ਅਗਰ ਤੁਸੀਂ ਸਮਝੋ ਕਿ ਤੁਹਾਡੇ ਕੋਲ 5 ਸਾਲ ਤੋਂ ਜ਼ਿਆਦਾ ਟਾਈਮ ਸਟਿਲ ਮੌਜੂਦ ਹੈ, ਥ੍ਰੈਸ਼ਹੋਲਡ ਮੇਨਟੇਨ ਕਰ ਰਹੇ ਹੋ ਇਸ ਵੇਲੇ, ਤੇ ਤੁਸੀਂ ਜਿੰਨਾ ਜਲਦੀ ਹੋ ਸਕੇ ਵਾਪਸ 5 years ਦੇ ਰੂਟ ਤੇ ਚਲੇ ਆਓ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। हेलो जी, सत श्रीकाल जी। जी सत श्रीकाल। हमारा कोई नजदीकी रिश्तेदार है, ठीक है, वो मुंडा ब्रिटिश है, इंडिया तो लड़की आई हुई है, उनकी शादी हुई है, ठीक है, ते उनका आपस में कोई झगड़ा हो गया, ते वो उसने मुंडे ने एप्लीकेशन होम ऑफिस को डाल दी, ठीक, ते वो उन्होंने हम लड़की को चिट्ठी डाली है कि वो छोड़कर चले जाए, ठीक है, तो अब क्या करना चाहिए? तो बच्चे बच्चा को है या नहीं? नहीं अभी नहीं। तो इंडिया से शादी करके आई थी या यहाँ से शादी हुई थी? यहाँ पे शादी हुई थी। नहीं जी, फिर इसके ज्यादा चांस नहीं। अब यही होगा कि इसको वो पहले एक वीजा भेज दे, पहले एक चिट्ठी भेजी होगी कि वो वजह बताए कि हम इसका वीजा क्यों ना कैंसिल करें, तो उसके बाद उसका वीजा कैंसिल कर देंगे, लेकिन उसको अपील का राइट जरूर देंगे। तो अब कोर्ट में जाकर बताए, लेकिन उसके ज्यादा चांसेस आगे मुझे नजर नहीं आ रहे हैं। तो लेकिन किसी वकील से एडवाइस ले लेकर शायद कोई और सर्कमस्टांसेस हो या किसी और बेस पे वो एप्लीकेशन दे सकती हो। कॉल का शुक्रिया। वध्या नेक्स्ट कॉलर वाल जी। जी तुसे गल करो जी। जी मलिक साहब, गल ये कि मैंने को तकरीबन 6.5 साल हो गए ने इत्थे यूके, लेकिन 2012-13 कुछ फैमिली इस तरह की पिछले पाकिस्तान में इमरजेंसी हो गई थी कि मैंने जाना पिया, मतलब मैं आंदा जांदा रहा, लेकिन वो तकरीबन 220 डेज हो गए ने साल ते हुण मैं ILR अप्लाई करना चाहना ना, होर तो कोई मतलब इनकम का इस तरह का कोई और क्रिमिनल कोई कन्विक्शन कोई मसला नहीं है, बस ये 220 डेज बिकॉज फैमिली इंस्टेंसेस इस तरह के सन, ते मैं कर सकना कि मतलब जी ਤੁਹਾਡੀ ਗੱਲ ਦਾ ਸ਼ੁਕਰੀਆ। ਵੈਸੇ ਆਮ ਤੌਰ ਪਰ ਅਗਰ ਤੁਸੀਂ 180 ਦਿਨ ਤੋਂ ਜ਼ਿਆਦਾ ਰਹਿ ਜਾਓ ਤਾਂ ਤੁਹਾਡਾ ਜਿਹੜਾ ਰੈਜ਼ੀਡੈਂਸੀ ਨਾ ਚੈਨ ਹੈ ਉਹ ਟੁੱਟ ਜਾਂਦਾ, ਉਹ ਖਤਮ ਹੋ ਜਾਂਦਾ ਤੇ ਤੁਸੀਂ ਕਿਸੇ ਵਕੀਲ ਨੂੰ ਮਿਲ ਕੇ ਉਹਨੇ ਤੋਂ ਐਡਵਾਈਸ ਲੈ ਲਿਓ, ਉਹ ਤੁਹਾਡੀ ਸਭ ਪੂਰੀ ਗੱਲ ਸੁਣ ਕੇ ਤੁਹਾਨੂੰ ਐਡਵਾਈਸ ਕਰਨਗੇ। ਵੈਸੇ ਆਮ ਰੂਲ ਹੈ ਕਿ 6 ਮਹੀਨੇ ਬਾਅਦ ਤੁਹਾਨੂੰ ਪ੍ਰੋਬਲਮ ਹੋ ਜਾਂਦੀ ਹੈ ਲੰਗ ਕਿਸੇ ਵੀ ਰੈਜ਼ੀਡੈਂਸੀ ਦੇ ਵਿੱਚ, ਕਿਉਂਕਿ ਤੁਹਾਡੀ ਰੈਜ਼ੀਡੈਂਸੀ ਤੋਂ ਖਤਮ ਹੋ ਜਾਂਦੀ ਹੈ 6 ਮਹੀਨੇ ਦੇ ਵਿੱਚ। ਕੱਲ ਦਾ ਸ਼ੁਕਰੀਆ। ਵਧਿਆ ਨੈਕਸਟ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਨਾ ਅਨਐਕਸਪੈਕਟਿਡ ਸਰਕਮਸਟੈਂਸਿਸ ਦਾ ਕੇਸ ਲਾਇਆ ਸੀ, ਕੁੱਕ ਕਾਲਜ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਕੇਸ ਰਿਫਿਊਜ਼ ਹੋ ਗਿਆ ਤੇ ਫਿਰ ਅਪੀਲ ਦੀ ਰਾਈਟ ਮਿਲੀ ਸੀ, ਅਪੀਲ ਲਾਇਆ ਤੇ ਹੁਣ ਜਿਹੜੀ ਹੀਅਰਿੰਗ ਡੇਟ ਆ ਉਹਦੇ ਵਿੱਚ 7 ਸਾਲ ਹੋ ਜਾਣੇ ਆ। ਠੀਕ। ਤੇ ਹੁਣ 7 years ਐਪਲੀਕੇਸ਼ਨ ਦੁਆਰਾ ਲਾਉਣੀ ਪੈਣੀ ਕਿ ਉਸ ਹੀਅਰਿੰਗ ਦੇ ਵਿੱਚ ਉਸ ਕੇਸ ਬਾਰੇ
नहीं जी, दोबारा लानी पैनी, चूंकि वो 7 साल जो कानून बनता सी उस रूल लिखा है कि जो बंदा 7 साल ने कानून तो बेनीफिट उठाना चाहे या इस रूल दे एप्लीकेशन करना चाहे उस न्यू एप्लीकेशन 7 साल पूरे होने बाद करनी पेगी। बाकी सारी कैटेगरी नेशनलिटी तो छोड़ के बाकी सारी कैटेगरी तुम 28 दिन पहले अप्लाई कर सकते हो, लेकिन 7 साल वाली कैटेगरी जदों 7 साल पूरे हो जान उस तो बाद फी पे करके तो एप्लीकेशन न्यू करोगे, फिर ताड़ा स्टे हो जाऊगा। कल का शुक्रिया। बदिया नेक्स्ट कॉलर वाल जी। हेलो मलिक सर, सत श्री अकाल जी। जी सत श्री अकाल। हाँ जी मलिक सर, मेरी वाइफ की नैशनैलिटी दिसंबर में अप्रूव होके आ गई सी ते नाल ही लैटर आ गई सी ओथ दा लोकल कौंसल वास्ते। ठीक। लेकिन सानू वाइफ ਨੂੰ ਇੰਡੀਆ ਜਾਣਾ ਪੈ ਗਿਆ ਸਾਨੂੰ 2-3 ਮਹੀਨੇ ਵਾਸਤੇ। ਤੇ ਹੁਣ ਜਦੋਂ ਇਸ ਮਹੀਨੇ 'ਚ ਫੋਨ ਕੀਤਾ ਉਹ ਕਹਿੰਦੇ ਤੁਹਾਨੂੰ ਦੁਬਾਰਾ ਪਰਮਿਸ਼ਨ ਲੈਣੀ ਪੈਣੀ ਹੋਮ ਆਫਿਸ ਤੋਂ ਐਕਸਟੈਂਡ ਕਰਨ ਦੀ ओथ ਵਾਸਤੇ ਜੀ। ਤੇ ਉਹਦਾ ਹੁਣ ਕੀ ਹੋਏਗਾ? ਮਤਲਬ ਹੁਣ ਕੌਂਸਲ ਨੂੰ ਅਸੀਂ ਈਮੇਲ ਕੀਤੀ, ਲੇਕਿਨ ਸੌਰੀ ਇਹਨੂੰ ਹੋਮ ਆਫਿਸ ਨੂੰ ਈਮੇਲ ਕੀਤੀ, ਕੋਈ ਜਵਾਬ ਨਹੀਂ ਆ ਰਿਹਾ ਉਹਨਾਂ ਦਾ। ਨਹੀਂ ਜੀ, ਹੁਣ ਤੁਹਾਨੂੰ ਅੱਛੀ ਖਾਸੀ ਪ੍ਰੋਬਲਮ ਪੈ ਗਈ ਹੈ ਯਾਰ, ਪੈ ਰਹੀ ਹੈ। तो बहरहाल उन्हें इंडिया तो वापस आके सरमनी लैके पासपोर्ट ले लेना चाहिए सी, वो ग्रैब करना चाहिए सी जितना जल्दी हो सके। लेकिन वेखो होम ऑफिस लेके करें, लेकिन मैं कई केसेस वेखे जिथे उन्हें कुछ भी नहीं किया, कहने न्यू एप्लीकेशन करो। हूँ जो न्यू एप्लीकेशन करो हो सकता है कि उन्हें 3 दिन तो ज्यादा रह चुके, उन साल में एप्लीकेशन भी ना कर पान। तो ज्यादा बेहतर किसी वकील तो एडवाइस ले लियो, तो होम ऑफिस चेक कर लियो। कल का शुक्रिया। बदे नेक्स्ट कॉलर वाल जी। जी तुम गल करो जी। हाँ जी, सत श्री अकाल मलिक साहब। जी सत श्री अकाल। हाँ जी मलिक साहब, ਤੁਹਾਨੂੰ ਪਹਿਲਾਂ ਵੀ ਇੱਕ ਕਾਲਰ ਨੇ ਸਵਾਲ ਪੁੱਛਿਆ ਸੀ ਕਿ ਉਹਨਾਂ ਦੀ ਵਾਈਫ ਦੇ ਕੋਲ ਇੰਡੀਅਨ ਪਾਸਪੋਰਟ ਹੈ ਤੇ ਉਹਨਾਂ ਮਤਲਬ ਦੇ ਹਸਬੰਡ ਦਾ ਇਦਾਂ ਬ੍ਰਿਟਿਸ਼ ਆ, ਤੇ ਜੇ ਉਹ ਯੂਰਪ ਵਿੱਚ ਜਾਣਾ ਚਾਹਣ ਤੇ ਉਹ ਸ਼ੈਜੂਅਲ ਵੀਜ਼ਾ ਲੈ ਸਕਦੇ। ਇਹਦਾ ਪ੍ਰੋਸੀਜਰ ਕੀ ਹੁੰਦਾ ਹੈ, ਥੋੜਾ ਜਿਹਾ ਐਕਸਪਲੇਨ ਕਰ ਸਕਦੇ ਪਲੀਜ਼? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਅਸਲ 'ਚ ਯੂਰਪ ਦੇ ਕੋਈ ਕੰਟਰੀ ਨੇ ਜਿਨ੍ਹਾਂ ਵਿੱਚ ਉਹ ਬੰਦੇ ਜਿਨ੍ਹਾਂ ਕੋਲ ਯੂਕੇ ਦੇ ਵਿੱਚ ਸਟੇ ਹੈ ਉਹ ਬਗੈਰ ਵੀਜ਼ੇ ਨਹੀਂ ਵੀ ਜਾ ਸਕਦੇ ਨੇ। ਜਿਸ ਤਰ੍ਹਾਂ ਆਇਰਲੈਂਡ ਹੈ, ਉੱਥੇ ਤੁਸੀਂ ਅਗਰ ਯੂਕੇ ਦਾ ਵੀਜ਼ਾ ਉਹਨਾਂ ਕੋਲ ਪੱਕਾ ਵੀਜ਼ਾ ਹੈ, ਉਹ ਆਇਰਲੈਂਡ ਬਗੈਰ ਵੀਜ਼ੇ ਦੇ ਜਾ ਸਕਦੇ ਨੇ। ਇਸੇ ਤਰ੍ਹਾਂ ਸਵਿਟਜ਼ਰਲੈਂਡ ਨਾਲ ਵੀ ਇੱਕ ਐਗਰੀਮੈਂਟ ਹੋਇਆ ਹੈ, ਉਸ ਦੇ ਵਿੱਚ ਅਗਰ ਜਾਣਾ ਚਾਹਣ ਤਾਂ ਜਾ ਸਕਦੇ ਨੇ। ਲੇਕਿਨ ਬਾਕੀ ਅਗਰ ਕਿਸੇ ਯੂਰਪ ਕੰਟਰੀ ਵਿੱਚ ਜਾਣਾ ਪਿਆ, ਚੁੱਕਿ ਹੁਣ ਸਾਰੇ ਯੂਰਪ ਵਿੱਚ ਇੱਕ ਹੋ ਗਿਆ ਸੀ, ਉਸ ਦੇ ਵਿੱਚ ਸਿਰਫ ਇੱਕ ਵੀਜ਼ੇ ਦੀ ਲੋੜ ਪੈਣੀ ਹੈ। ਅਗਰ ਫਰਜ਼ ਕਰੋ ਤੁਸੀਂ ਸ਼ੈਂਗਨ ਵੀਜ਼ਾ ਉਸ ਨੂੰ ਕਹਿੰਦੇ ਨੇ, ਉਹ ਸ਼ੈਂਗਨ ਇੱਕ ਸਿਟੀ ਦਾ ਨਾਂ ਸੀ ਜਿੱਥੇ ਐਗਰੀਮੈਂਟ ਹੋਇਆ ਸੀ। ਅਗਰ ਕੋਈ ਬੰਦਾ ਸ਼ੈਂਗਨ ਵੀਜ਼ਾ ਜਰਮਨੀ ਦਾ ਲੈ ਲੈਂਦਾ ਹੈ ਤਾਂ ਉਸ ਦਾ ਮਤਲਬ ਹੈ ਜਰਮਨੀ ਵਿੱਚ ਜਾਏ ਜਾਂ ਨਾ ਜਾਏ, ਲੇਕਿਨ ਉਹ ਫਰਾਂਸ ਜਾ ਸਕਦਾ ਹੈ, ਬੈਲਜੀਅਮ ਜਾ ਸਕਦਾ ਹੈ, ਸਪੇਨ ਜਾ ਸਕਦਾ ਹੈ, ਕਿਸੇ ਵੀ ਯੂਰਪੀਅਨ ਕੰਟਰੀ ਜਾ ਸਕਦਾ ਹੈ। ਇਸ ਵਜ੍ਹਾ ਦੇ ਨਾਲ ਜ਼ਿਆਦਾ ਬਿਹਤਰ ਹੈ ਕਿ ਸ਼ੈਂਗਨ ਦਾ ਵੀਜ਼ਾ ਕਿਸੇ ਇੱਕ ਕੰਟਰੀ ਦਾ ਲੈ ਲਿਓ। ਜਿਸ ਤਰ੍ਹਾਂ ਫਰਜ਼ ਕਰੋ ਕਿ ਹਾਲੈਂਡ ਦਾ ਤੁਸੀਂ ਅਗਰ ਸ਼ੈਂਗਨ ਦਾ ਵੀਜ਼ਾ ਲੈ ਲਿਓ ਤਾਂ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਕੰਟਰੀ ਯੂਰਪ ਤੇ ਵੀ ਜਾ ਸਕੋਗੇ। ਲੇਕਿਨ ਇਹ ਡਿਪੈਂਡ ਹੈ ਕਿ ਯੂਰਪ ਨੇ ਕਿਹੜੇ ਕੰਟਰੀ ਤੁਸੀਂ ਜਾ ਰਹੇ ਹੋ। ਅਗਰ ਆਇਰਲੈਂਡ ਵਗੈਰਾ ਜਾ ਰਹੇ ਹੋ ਤਾਂ ਫਿਰ ਉਸ ਵਾਸਤੇ ਵੀਜ਼ੇ ਦੀ ਲੋੜ ਨਹੀਂ ਹੈ, ਲੇਕਿਨ ਬਾਕੀਆਂ ਕੰਟਰੀ ਵਾਸਤੇ ਤੁਹਾਨੂੰ ਵੀਜ਼ਾ ਪੈਂਦੀ ਹੈ। ਕੱਲ ਦਾ ਸ਼ੁਕਰੀਆ। ਇਸੇ ਦੇ ਨਾਲ ਜਿਹੜਾ ਸਾਡਾ ਪ੍ਰੋਗਰਾਮ ਦਾ ਵੇਲਾ ਸੀ ਉਹ ਹੁਣ ਖਤਮ ਹੋ ਰਿਹਾ। ਸਟੂਡੀਓ ਤੋਂ ਮੈਨੂੰ ਦੱਸਿਆ ਗਿਆ ਕਿ ਟਾਈਮ ਖਤਮ ਹੋ ਰਿਹਾ। ਜਿੰਨੀ ਵੀ ਅਸੀਂ ਤੁਹਾਡੀ ਕਾਲ ਲੈ ਸਕਦੇ ਅਸੀਂ ਅੱਜ ਲਈਆਂ, ਲੇਕਿਨ ਫਿਰ ਵੀ ਬਾਤ ਹੁੰਦਾ ਹੈ ਕਿ ਤੁਹਾਡੀ ਕਾਲ ਕਿਸੇ ਵਜ੍ਹਾ ਦੇ ਨਾਲ ਨਾ ਮਿਲ ਸਕੀ। ਇਸ ਦੀ ਵਜ੍ਹਾ ਇੱਕ ਹੈ ਕਿ ਇਸ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਾਲ ਆਉਂਦੀਆਂ, ਲੇਕਿਨ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀ ਕਾਲ ਲੈ ਸਕੇ 1 ਮਿੰਟ ਦੇ ਵਿੱਚ ਤਕਰੀਬਨ ਇੱਕ ਕਾਲ ਅਸੀਂ ਵੀ ਲੈ ਲੈਂਦੇ ਹਾਂ, ਜਾਂ ਉਸ ਬਾਅਦ ਤੁਸੀਂ ਜ਼ਿਆਦਾ ਵੀ ਲੈ ਲੈਂਦੇ ਆ। ਅਗਰ ਕਿਸੇ ਦੇ ਵਜ੍ਹਾ ਦੇ ਨਾਲ ਤੁਹਾਡੀ ਕਾਲ ਨਾ ਲੱਭੀ ਹੈ तो असी अगले सैटरडे की मैं इतने 7 बजे आवागा, उसले तुसी अपना फोन करके तो कोई एडवाइस ले सकते हो। इमीग्रेशन खासा कंप्लीकेटेड हो रहा है। गवर्नमेंट काफ़ी इसी चेंजिस वगैरह की जिस ना जो इफेक्ट है वो सारे लोगों पर पिया। तो बहरहाल इस असें हल एक लभ रहा है, वो कोई वीक 2 वीक तू इस प्रोग्राम में भी दस देंगे कि इस के हल लभ रहा। इस सानू ਜਿਹੜੇ ਤੁਸੀਂ ਇਮੀਗ੍ਰੈਂਟਸ ਹੋ ਇਸੀ ਸਪੋਰਟ ਦੀ ਲੋੜ ਪੈਂਦੀ ਹੈ ਕਿ ਤੁਸੀਂ ਸਾਡੇ ਪਿੱਛੇ ਖੜੇ ਹੋ ਜਾਓ ਤੇ ਫਿਰ ਅਸਤੇ ਤੁਹਾਡੇ ਜਿਹੜੇ ਮੁਤਾਲਬੇ ਨੇ ਇਹ ਗਵਰਨਮੈਂਟ ਨੂੰ ਪੇਸ਼ ਕਰ ਸਕਦੇ ਹਾਂ ਕਿ ਤੁਹਾਡੇ ਜਿਹੜੇ ਮਸਾਲੇ ਉਹਨਾਂ ਨੂੰ ਹੱਲ ਕੀਤਾ ਜਾਏ। ਇਸੇ ਦੇ ਨਾਲ ਮੈਨੂੰ ਇਜਾਜ਼ਤ ਦਿਓ। ਅਗਲੇ ਸੈਟਰਡੇ 7 ਵਜੇ ਇੱਥੇ ਆਵਾਂਗਾ। ਉਸ ਵਕਤ ਇਜਾਜ਼ਤ ਦਿਓ। ਰੱਬ ਰਾਖਾ।